ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨੀਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰਉ ਤਰਾ ਤਰ ਪੁਨ ਪੁਨ ਸੀਸ ਜੀ ਪੁਨ ਪੁਨ ਸੀਸ ਬੰਦੋ ਬਾਰ ਬਾਰ ਜਗਦੀਸ਼ ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਇਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਕੰਭੂ ਭਾਗ ਚਲਹਿ ਕਹਿ ਆਗੇ ਆਦਿਕ ਪਰਮਾਵੈ ਹਾਥ ਨ ਲਾਗੇ ਕਬ ਦੋਇ ਦਿਸ ਬਾਲਕ ਸਭ ਕੋਏ ਖੇਲੈ ਪਰੇ ਬੰਦ ਕਰ ਦੋਏ ਪਰਮ ਸਨਮਾਨਯੋਗ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਹਾਜ਼ਰੀਨ ਗੁਰੂ ਸਵਾਰੇ ਗੁਰੂ ਪਿਆਰੇ ਸਤ ਸੰਗੀ ਜਨੋ ਆਓ ਸਤਿਗੁਰੂ ਜੀ ਕੀ ਅਪਾਰ ਬਖਸ਼ਿਸ਼ ਨਾਲ ਆਪਾਂ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਪ੍ਰਾਰੰਭਤਾ ਕਰੀਏ। ਗੁਰੂ ਇਤਿਹਾਸ ਕੀ ਲੜੀਵਾਰ ਕਥਾ ਜੋ ਕਿ ਨਿਤਾ ਪ੍ਰਤ ਮਹਾਰਾਜ ਕੇ ਇਹਨਾਂ ਪਵਿੱਤਰ ਸਥਾਨਾਂ ਤੇ ਹੁੰਦੀ ਹੈ, ਚੱਲਦੀ ਆ ਰਹੀ ਲੜੀ ਤਹਿਤ ਥੋੜ੍ਹਾ ਜਿਹਾ ਸਮਾਂ ਮਹਾਰਾਜ ਕੇ ਜੀਵਨ ਬਿਰਤਾਂਤਾਂ ਨਾਲ ਜੁੜਦੇ ਹਾਂ। ਪ੍ਰਥਮ ਮਹਾਰਾਜ ਤੋਂ ਆਗਿਆ ਲਈਏ ਰਸਨਾ ਪਵਿੱਤਰ ਕਰਨੀ ਜੀਓ ਗੁਰਫਤਿਹ ਨਾਲ ਸਾਂਝ ਪਾਓ ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦਿਆਂ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ, ਜਿਸ ਵਕਤ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਿੱਲੀ ਸ਼ਹਾਦਤ ਦੇਣ ਦੇ ਲਈ ਬਾਦਸ਼ਾਹ ਔਰੰਗਜ਼ੇਬ ਦੀ ਕੈਦ ਅੰਦਰ ਹਨ, ਇੱਧਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੁਝ ਸਮਾਂ ਲਖਨੌਰ ਦੀ ਧਰਤੀ ਮਾਤਾ ਗੁਜਰ ਕੌਰ ਜੀਓ ਕੇ ਭਰਾਤਾ ਮਾਮਾ ਕਿਰਪਾਲ ਚੰਦ ਜੀ ਦੇ ਗ੍ਰਹਿ ਵਿਖੇ ਲਖਨੌਰ ਟਿਕੇ ਸਨ। ਸੋ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕੁਝ ਕੌਤਕ ਕੀਤੇ। ਫਿਰ ਸੁਨੇਹਾ ਆਇਆ, ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਗਿਆ।
ਸੋ ਜਿਸ ਵਿਦ ਲਖਨੌਰ ਦੀ ਧਰਤੀ ਤੇ ਮਹਾਰਾਜ ਕੁਝ ਸਮਾਂ ਟਿਕੇ ਹਨ, ਜਿਵੇਂ ਮਹਾਰਾਜ ਵਰਤੇ ਹਨ ਜਾਂ ਬਾਲਪਣੇ ਦੇ ਅੰਦਰ ਆਪਣੀਆਂ ਸੰਗੀਆਂ ਦੇ ਨਾਲ ਜੋ ਜੋ ਕੌਤਕ ਜਿਵੇਂ ਖੇਡਾਂ ਦੇ ਰੂਪ ਵਿੱਚ ਆਪਾਂ ਵੇਖਦੇ ਹਾਂ ਬਾਲ ਚੋਜ, ਸੋ ਉਹਨਾਂ ਦਾ ਜ਼ਿਕਰ ਭਾਈ ਸਾਹਿਬ ਜੀ ਹੋਰਾਂ ਨੇ ਕੀਤਾ ਸੀ। ਇੱਥੇ ਕੁਝ ਹੋਰ ਵੀ ਗੁਰਮੁਖ ਸੱਜਣ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਦਰਸ਼ਨ ਪਾਉਂਦੇ ਹਨ। ਖਾਸ ਕਰ ਇੱਥੋਂ ਦਾ ਮੁਖੀ ਮਸੰਦ ਭਾਈ ਜੇਠਾ ਜੀ, ਅੱਗੇ ਜ਼ਿਕਰ ਆਵੇਗਾ ਪੀਰ ਭੀਖਮ ਸ਼ਾਹ ਜੀ, ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਦਰਸ਼ਨ ਕਰਨ ਦੇ ਲਈ ਘੜਾਮ ਤੋਂ ਚੱਲ ਕਰਕੇ ਮਹਾਰਾਜ ਜੀ ਕੇ ਪਵਿੱਤਰ ਸਥਾਨ ਪਟਨਾ ਸਾਹਿਬ ਪਹੁੰਚਿਆ ਸੀ। ਸੋ ਇਸ ਵੇਲੇ ਜਿਵੇਂ ਮਹਾਰਾਜ ਵਰਤੇ ਹਨ ਉਹ ਜ਼ਿਕਰ ਕਰਦੇ ਹਨ। ਮਹਾਰਾਜ ਆਪਣੇ ਸਾਥੀਆਂ ਦੇ ਨਾਲ ਖੇਡ ਰਹੇ ਨੇ। ਜੋ ਕੌਤਕ ਮਹਾਰਾਜ ਜੀਆਂ ਨੇ ਸ਼੍ਰੀ ਪਟਨਾ ਸਾਹਿਬ ਦੀ ਧਰਤੀ ਤੇ ਬਾਲ ਚੋਜਾਂ ਦੇ ਰੂਪ ਵਿੱਚ ਹਾਣੀਆਂ ਦੇ ਨਾਲ ਖੇਡਾਂ ਖੇਡੀਆਂ, ਉਸੇ ਤਰ੍ਹਾਂ ਕੁਝ ਸਾਥੀ ਮਹਾਰਾਜ ਜੀ ਕੇ ਇਸ ਸਥਾਨ ਤੇ ਵੀ ਹਨ ਜੋ ਕਿ ਮਹਾਰਾਜ ਕੇ ਸਾਥ ਮਿਲ ਕਰਕੇ ਜੰਗੀ ਕਰਤੱਵ ਦੀਆਂ ਖੇਡਾਂ ਜਿਹੜੀਆਂ ਹਨ ਉਹ ਖੇਡਦੇ ਹਨ। ਜੀਤ ਹਾਰ ਕੀ ਖੇਲ ਮਚਾਵੈ। ਜਿੱਤ ਹਾਰ ਦੀ ਖੇਡ, ਜਿਵੇਂ ਦੋ ਟੋਲੀਆਂ ਬਣਾ ਲੈਣੀਆਂ ਤੇ ਦੋਵਾਂ ਪਾਸੇ ਕੁਝ ਸਾਥੀ ਵੰਡ ਕੇ ਤੇ ਇੱਕ ਜੰਗ ਮਚਾਉਣੀ, ਸੂਰਮੇ ਖੜੇ ਕਰ ਲੈਣੇ। ਫਿਰ ਇੱਕ ਨਕਲੀ ਜੰਗ ਜਿਵੇਂ ਕਹਿ ਲਈਏ ਵੀ ਉਹਦੇ ਵਿੱਚ ਦੋਵਾਂ ਸਾਈਡਾਂ ਦੇ ਯੋਧਿਆਂ ਨੇ ਭਿੜਨਾ ਤੇ ਉਹਦੇ ਵਿੱਚ ਕਿਹਦੀ ਜਿੱਤ ਹੁੰਦੀ ਹੈ ਕਿਹਦੀ ਹਾਰ ਹੁੰਦੀ ਹੈ। ਇੱਕ ਜਰਨੈਲ ਸੈਨਾਪਤੀ ਬਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਸ ਵਿਦ ਬਾਲਪਣੇ ਦੇ ਅੰਦਰ ਇਹ ਜਿਹੜੀਆਂ ਖੇਡਾਂ ਖੇਡੀਆਂ ਹਨ। ਧਾਵੈ ਏਕ ਓਜ ਕੋ ਲਾਭ ਹੈ। ਧਾ ਕਰਕੇ ਦੌੜ ਕਰਕੇ ਹਮਲਾ ਕਰਨਾ ਜੀ। ਇੱਕ ਐਂਚ ਹੈ ਇੱਕ ਛੁੱਟ ਕਰ ਜਾਵੈ। ਇੱਕ ਖਿੱਚਦਾ ਹੈ ਫੜਦਾ ਹੈ, ਜਾਂ ਜਿਵੇਂ ਆਪਾਂ ਵੇਖਦੇ ਹਾਂ ਜੰਗੇ ਮੈਦਾਨ ਦੇ ਵਿੱਚ ਸੂਰਮੇ ਟੁੱਟ ਕੇ ਪੈਂਦੇ ਹਨ, ਕਿਸੇ ਨੂੰ ਫੜਿਆ ਜਾਂਦਾ ਹੈ, ਕਿਸੇ ਤੇ ਪ੍ਰਹਾਰ ਹੁੰਦਾ ਹੈ। ਇਸ ਵੇਲੇ ਇੱਕ ਖੇਡ ਹੈ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਲਪਣੇ ਤੋਂ ਹੀ ਖੇਡਦੇ ਆ ਰਹੇ ਹਨ। ਇੱਕ ਲੱਗ ਕਰ ਨਿਜ ਸਾਧਨ ਸਿਧਾਵੈ। ਇਸ ਵੇਲੇ ਨਾ ਮਹਾਰਾਜ ਕੇ ਸਾਥ ਖੇਡ ਕਰਕੇ ਫਿਰ ਵਾਪਸ ਆਪਣੇ ਘਰੋਂ ਜਿਹੜੇ ਸਾਥੀ ਹਨ ਮੁੜਦੇ ਹਨ। ਇੱਕ ਕੋ ਇੱਕ ਖਿਜਾਏ ਕਰ ਰੋਕੈ। ਖਿਜਾ ਕਰਕੇ ਭਾਵ ਅੱਗੇ ਹੋ ਕਰਕੇ ਦੂਸਰੇ ਨੂੰ ਇੱਕ ਸਾਥੀ ਜਿਹੜਾ ਹੈ ਉਹ ਰੋਕ ਦਿੰਦਾ ਹੈ ਜੀ। ਇਮ ਖੇਲਤ ਜੇ ਲੋਕ ਬਿਲੋਕ ਹੈ। ਇਸ ਵਿੱਚ ਜੋ ਖੇਡਾਂ ਮਹਾਰਾਜ ਸੱਚੇ ਪਾਤਸ਼ਾਹ ਖੇਡਦੇ ਹਨ ਛੋਟੀ ਉਮਰ ਦੇ ਅੰਦਰ 9-10 ਵਰਿਆਂ ਦੀ ਆਰਬਲਾ ਤੱਕ, ਸੋ ਉਹ ਜਿਹੜੀਆਂ ਖੇਡਾਂ ਹਨ ਉਸ ਸਮੇਂ ਦੇ ਜਿਤਨੇ ਵੀ ਲੋਕ ਹਨ ਉਸ ਸਮੇਂ ਦੇ ਜਿਹੜੇ ਦਰਸ਼ਨ ਕਰਨ ਵਾਲੇ ਭਾਵਨਾ ਵਾਲੇ ਸਿੱਖ ਮਹਾਰਾਜ ਕੇ ਪਾਸ ਆਉਂਦੇ ਸਨ ਉਹ ਸਭ ਵੇਖਦੇ ਸਨ ਤੇ ਵੇਖ ਕਰਕੇ ਬਹੁਤ ਪ੍ਰਭਾਵਿਤ ਵੀ ਹੁੰਦੇ ਹਨ। ਕਿਸ ਛਤਰੀ ਕੋ ਬਾਲਕ ਹੈ। ਤੇ ਜਿਹੜੇ ਵੇਖਦੇ ਹਨ ਜਿਨ੍ਹਾਂ ਨੂੰ ਤੇ ਪਤਾ ਹੈ ਵੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਕਿਸ ਪੁੱਤਰ ਹਨ, ਉਹ ਤੇ ਜਾਣਦੇ ਹਨ ਵੀ ਕਿਸ ਪਰਿਵਾਰ ਅੰਦਰੋਂ ਹਨ, ਕਿਸ ਕੁੱਲ ਵਿੱਚੋਂ ਹਨ। ਕਿਉਂਕਿ ਮਹਾਰਾਜ ਜੀ ਕੇ ਦਾਦਾ ਜੀ ਦੀ ਜੇ ਅਸੀਂ ਗੱਲ ਕਰਾਂਗੇ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਲੇਕਿਨ ਕੁਝ ਐਸੇ ਹਨ ਜਿਨ੍ਹਾਂ ਨੂੰ ਅਜੇ ਇਸ ਬਾਤ ਬਾਰੇ ਪੂਰਨ ਇਲਮ ਨਹੀਂ ਹੈ। ਫਿਰ ਉਹ ਵਿਚਾਰਦੇ ਹਨ ਕਿ ਨਿਸ਼ਚੈ ਹੀ ਇਹ ਕਿਸੇ ਛਤਰੀ ਦੇ ਪੁੱਤਰ ਹਨ, ਜਿਹੜੇ ਇਤਨੇ ਜੰਗੀ ਕਰਤੱਵ ਬਾਲਪਣੇ ਤੋਂ ਹੀ ਜਾਣਦੇ ਹਨ ਤੇ ਸਾਥੀਆਂ ਨੂੰ 2 ਟੋਲੀਆਂ ਵਿੱਚ ਵੰਡ ਕਰਕੇ ਜੰਗਾਂ ਕਰਵਾਉਂਦੇ ਹਨ। ਇਹ ਜਨਮ ਤੋਂ ਹੀ ਕਿਸੇ ਛਤਰੀ ਦੇ ਕੁੱਲ ਵਿੱਚੋਂ ਹਨ, ਉਹਨਾਂ ਦੇ ਪੁੱਤਰ ਹਨ ਤੇ ਪੁੱਛ ਵੀ ਲੈਂਦੇ ਹਨ ਵੀ ਕਿਸ ਛਤਰੀ ਦੇ ਪੁੱਤਰ ਹਨ ਜੀ। ਕਿਤਕ ਦਿਨ ਤੇ ਇਸ ਥਲ ਰਹਿ। ਕੁਝ ਸਮਾਂ ਮਹਾਰਾਜ ਕੁਝ ਦਿਨ ਜਿਹੜਾ ਹੈ ਮਹਾਰਾਜ ਨੇ ਆਪਣਾ ਜਿਹੜਾ ਵਸੇਬਾ ਟਿਕਾਣਾ ਇਸ ਸਥਾਨ ਤੇ ਹੀ ਰੱਖਿਆ ਹੈ। ਪਰਚੈ ਬਾਲਕ ਬ੍ਰਿੰਦ ਮਜਾਰਾ। ਤੇ ਮਹਾਰਾਜ ਜੀ ਕੇ ਸਾਥੀ ਜਿਹੜੇ ਬਣੇ ਨੇ ਇਸ ਸਥਾਨ ਤੇ ਮਹਾਰਾਜ ਨੇ ਉਹਨਾਂ ਨੂੰ ਵੀ ਬਹੁਤ ਆਨੰਦ ਬਖਸ਼ਿਆ। ਮਹਾਰਾਜ ਕੇ ਸਾਥ ਖੇਡ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਖੇਡ ਕਰਕੇ ਮਹਾਰਾਜ ਕੇ ਸੰਗੋਂ ਵੀ ਬਹੁਤ ਪ੍ਰਸੰਨ ਹੋਏ ਹਨ। ਮਾਤ ਹਕਾਰੈ ਬਾਰੰਬਾਰਾ। ਤੇ ਖੇਡਦਿਆਂ ਇਤਨੇ ਇਸ ਖੇਡ ਵਿੱਚ ਮਗਨ ਹੋ ਜਾਂਦੇ ਨੇ ਕਿ ਕਈ ਵਾਰ ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ ਆਦਿ ਕਈ ਵਾਰ ਆਵਾਜ਼ਾਂ ਦਿੰਦੇ ਹਨ ਕਿ ਸਮਾਂ ਬਹੁਤ ਹੋ ਚੁੱਕਾ ਹੈ ਲਾਲ ਜੀ, ਹੁਣ ਇਹ ਖੇਡ ਬੰਦ ਕਰ ਦਿਓ। ਸੋ ਇੱਕ ਆਪਣੀ ਮੌਜ ਹੈ। ਹੁਣ ਇਹਨੂੰ ਅਸੀਂ ਕੋਈ ਸੰਸਾਰਿਕ ਖੇਲ ਵੀ ਨਹੀਂ ਕਹਿ ਸਕਦੇ, ਕਿਉਂਕਿ ਜੇ ਅਸੀਂ ਨਿਰਾਪੂਰਾ ਸੰਸਾਰੀ ਖੇਲ ਦੀ ਗੱਲ ਕਰਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਜੋ ਕੌਤਕ ਹੋਣਾ ਹੈ, ਜਿੰਨੀਆਂ ਜੰਗਾਂ ਜਿੰਨੇ ਯੁੱਧ ਮਹਾਰਾਜ ਨੇ ਕਰਨੇ ਹਨ, ਇਹਨੂੰ ਇਉਂ ਸਮਝ ਲਓ ਵੀ
ਉਹ ਇਸ ਖੇਲ ਦੀ ਸ਼ੁਰੂਆਤ ਤੋਂ ਹੀ ਸਾਰਾ ਕਾਰਜ ਹੋਣਾ। ਜਿਵੇਂ ਮਹਾਰਾਜ ਨੇ ਆਪਣੀ ਰਚਨਾ ਵਿੱਚ ਲਿਖਿਆ ਨਾ, ਮੈਂ ਹਾਂ ਪਰਮ ਪੁਰਖ ਕੋ ਦਾਸਾ ਪੇਖਨ ਆਇਓ ਜਗਤ ਤਮਾਸ਼ਾ। ਸੋ ਇਹ ਤਮਾਸ਼ੇ ਦਾ ਹੀ ਇੱਕ ਹਿੱਸਾ ਹੈ ਜਿਹਦੀ ਪ੍ਰਾਰੰਭਤਾ ਬਾਲਪਣੇ ਤੋਂ ਹੋ ਰਹੀ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸਲ ਦੇ ਜੰਗੇ ਮੈਦਾਨਾਂ ਵਿੱਚ ਸ਼ਸਤਰ ਫੜ ਕੇ ਸੂਰਮਿਆਂ ਨੇ ਖੜਨਾ ਹੈ। ਯੋਧੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਸੂਰਵੀਰ ਬਲੀ ਜਿਨ੍ਹਾਂ ਨੇ ਜੰਗ ਫਤਿਹ ਕਰਨੇ ਹਨ। ਸੋ ਇਹ ਅਚਰਜ ਕੌਤਕ ਹਨ ਜੋ ਕਿ ਮਹਾਰਾਜ ਕੇ ਸੰਗੀ ਸਾਥੀ, ਮਹਾਰਾਜ ਕੇ ਦਰਸ਼ਨ ਕਰਨ ਵਾਲੇ ਸਿੱਖ ਦੂਰ ਦੇਸ਼ਾਂ ਦੀ ਲੋਕਾਈ ਤੇ ਇੱਥੋਂ ਤੱਕ ਮਾਤਾ ਜੀ ਵੀ ਹੈਰਾਨ ਹੋ ਕੇ ਤੱਕਦੇ ਸਨ। ਕਦੇ ਕਦੇ ਖਿੱਚ ਕਰਕੇ ਮਹਾਰਾਜ ਜੀਆਂ ਨੂੰ ਬੁਲਾਉਂਦੇ ਹਨ ਕਿ ਬੇਟਾ ਜੀ ਬਹੁਤ ਸਮਾਂ ਹੋ ਚੁੱਕਾ ਹੈ ਖੇਡਦਿਆਂ, ਹੁਣ ਵਾਪਸ ਆ ਜਾਓ। ਨਿਕਟ ਬਿਠਾਏ ਅਚਾਏ ਹੈ ਹਾਰੇ। ਫਿਰ ਜਿਸ ਵਕਤ ਮਹਾਰਾਜ ਆਉਂਦੇ ਸਨ, ਪਾਸ ਬਿਠਾ ਕਰਕੇ ਮਹਾਰਾਜ ਜੀ ਕੋ ਭੋਜਨ ਛਕਾਉਂਦੇ ਹਨ। ਘਰ ਮਹਿ ਥਿਰੋ ਨੈ ਫਿਰ ਦਿਨ ਸਾਰੇ। ਤੇ ਨਾਲ ਇਹ ਵੀ ਕਹਿ ਦਿੰਦੇ ਸਨ ਵੀ ਹੁਣ ਨਾ ਬਹੁਤਾ ਸਮਾਂ ਬਾਹਰ ਨਾ ਗੁਜ਼ਾਰਿਆ ਕਰੋ, ਕਿਉਂਕਿ ਸਮੇਂ ਦੇ ਹੁਕਮਰਾਨਾਂ ਨੇ ਜੋ ਕੁਝ ਕੀਤਾ ਹੈ, ਹਾਲਾਤ ਵੀ ਕੁਝ ਐਸੇ ਨੇ। ਘਰ ਮੈਂ ਥਿਰੋ ਭਾਵ ਜਿਹੜਾ ਬਹੁਤਾ ਸਮਾਂ ਹੈ ਹੁਣ ਆਪ ਜੀ ਇੱਥੇ ਘਰ ਅੰਦਰ ਹੀ ਰਹਿਣਾ ਕਰੋ ਜੀ। ਵਰਜੇ ਰਹਿ ਨ ਜਾਏ ਬਹਿਰ ਕੋ। ਵਰਜੇ ਰਹਿ, ਫਿਰ ਕਈ ਵਾਰ ਮਾਤਾ ਜੀ ਉਹਨਾਂ ਦੀ ਬਾਤ ਮੰਨ ਲੈਂਦੇ ਨੇ ਤੇ ਕਈ ਵਾਰ ਆਪਣੀ ਮੌਜ ਵਿੱਚ ਆ ਕੇ ਫਿਰ ਉਹ ਸਾਰੇ ਕਾਰਜ ਕਰਦੇ ਹਨ। ਸੋ ਇਹ ਵੀ ਇੱਕ ਸਤਿਗੁਰੂ ਜੀ ਕੀ ਆਪਣੀ ਮੌਜ ਹੈ। ਬਾਲ ਬੁਲਾਵੈ ਖੇਲ ਟਹਿਰ ਕੋ। ਬਾਰ ਬੁਲਾਵੈ ਭਾਵ ਕਈ ਵਾਰ ਆਪਣੀ ਮੌਜ ਵਿੱਚ ਹੀ ਖੇਡਦੇ ਹਨ, ਸਾਥੀਆਂ ਨੂੰ ਫਿਰ ਬੁਲਾ ਲੈਂਦੇ ਸਨ। ਪ੍ਰੇਮ ਤਰਹਿ ਸਗਰੇ ਚੱਲ ਆਵੈ। ਤੇ ਮਹਾਰਾਜ ਜੀ ਕੇ ਸਾਥ ਸਭ ਕੋਈ ਪ੍ਰੇਮ ਕਰਦਾ ਸੀ। ਮੂਰਤੀ ਐਸੀ ਪਿਆਰੀ ਹੈ, ਸੁਭਾਅ ਹੀ ਇਤਨਾ ਮਿੱਠਾ ਹੈ। ਸੋ ਪ੍ਰੇਮ ਵਸ ਹੋ ਕਰਕੇ ਫਿਰ ਸਾਰੇ ਦੇ ਸਾਰੇ ਦੌੜ ਕਰਕੇ ਆ ਜਾਂਦੇ ਹਨ। ਕ੍ਰੀੜਾ ਅਨਕ ਪ੍ਰਕਾਰ ਮਚਾਵੈ। ਕ੍ਰੀੜਾ ਅਨੇਕ ਤਰ੍ਹਾਂ ਦੀਆਂ ਖੇਡਾਂ ਹਨ ਜੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੇ ਬਾਲਪਨੇ ਦੇ ਵਿੱਚ ਇਹ ਕੌਤਕ, ਇਹ ਖੇਡਾਂ, ਇਹ ਚੋਜ ਵਰਤਾਏ ਹਨ। ਸਾਹੇ ਭਿਖ ਕੋ ਪਟਣੇ ਗਇਓ। ਸ਼ਾਹ ਭੀਖ, ਭੀਖਮ ਸ਼ਾਹ, ਇਹ ਉਹ ਪੀਰ ਹੈ ਜਿਹਦਾ ਆਪਾਂ ਪਿੱਛੇ ਵੀ ਇਤਿਹਾਸ ਵਿੱਚ ਹਵਾਲਾ ਪੜ੍ਹਿਆ। ਜਿਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੋਇਆ, ਕੁਦਰਤ ਵਿੱਚ ਐਸੀ ਕਲਾ ਵਰਤੀ ਕਿ ਇਹ ਜਿਹੜਾ ਬੰਦਗੀ ਵਾਲਾ ਫਕੀਰ ਇੱਧਰ ਕਰਨਾਲ ਦੇ ਪਾਸ ਇੱਕ ਨਗਰ ਵਿੱਚ ਇਬਾਦਤ ਕਰਨ ਦੇ ਲਈ ਪੱਛਮ ਵੱਲ ਮੁਖ ਕਰਕੇ ਸਜਦੇ ਕਰਦਾ ਸੀ, ਇਹਦਾ ਮੁਖ ਪੂਰਬ ਵੱਲ ਹੋ ਗਿਆ। ਉਸ ਵਕਤ ਇਹਦੇ ਜਿਹੜੇ ਮੁਰਸ਼ਦ ਨੇ, ਚੇਲੇ ਨੇ, ਉਹਨਾਂ ਨੇ ਪੁੱਛਿਆ ਕਿ ਸਾਈਂ ਜੀ ਇਸਲਾਮ ਦੀ ਸ਼ਰ੍ਹਾ ਦੀ ਤੋਹੀਨ ਹੋ ਰਹੀ ਹੈ, ਕਿਉਂਕਿ ਪੱਛਮ ਵੱਲ ਮੱਕੇ ਵੱਲ ਮੁਖ ਕਰਕੇ ਅਸੀਂ ਰੋਜ਼ਾਨਾ ਇਸਲਾਮ ਅਦਾ ਕਰਦੇ ਹਾਂ, ਅੱਜ ਆਪ ਜੀਆਂ ਨੇ ਪੂਰਬ ਨੂੰ ਮੁਖ ਕਿਉਂ ਕੀਤਾ? ਤੇ ਸਾਈਂ ਪੀਰ ਭੀਖਮ ਸ਼ਾਹ ਜੀ ਕਹਿਣ ਲੱਗੇ, ਜਿਸ ਖੁਦਾ ਨੂੰ ਯਾਦ ਕਰਦਾ ਨਾ, ਜਿਹਦਾ ਧਿਆਨ ਧਰ ਕੇ ਪੱਛਮ ਵੱਲ ਬਹਿਨਾ, ਅੱਜ ਉਹ ਪੂਰਬ ਵੱਲ ਅਵਤਾਰ ਲੈ ਕੇ ਆ ਚੁੱਕਾ ਹੈ। ਫਿਰ ਇਹ ਤੁਰਿਆ, ਪਟਨਾ ਸਾਹਿਬ ਪਹੁੰਚਿਆ। ਪਟਨਾ ਸਾਹਿਬ ਜਾ ਕਰਕੇ ਪ੍ਰਥਮ ਇਸ ਪੀਰ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਦਰਸ਼ਨ ਕੀਤੇ, ਨਾਲ ਹੋਰ ਸੰਗਤਾਂ ਨੂੰ ਕਰਵਾਏ। ਮਹਾਰਾਜ ਜੀ ਕੀ ਨੇ ਇੱਕ ਪ੍ਰੀਖਿਆ ਵੀ ਕੀਤੀ ਆਪਣੇ ਆਪ ਦੇ ਪੱਧਰ ਤੇ ਕਿ ਹਿੰਦੂਆਂ ਦੇ ਪੀਰ ਨੇ ਕਿ ਇਸਲਾਮਾਂ ਦੇ ਇਹ ਗੁਰੂ ਨੇ, ਹਿੰਦੂਆਂ ਦੇ ਗੁਰੂ ਨੇ ਕਿ ਇਸਲਾਮੀਆਂ ਦੇ ਪੀਰ ਨੇ। ਸੋ ਉਹ ਸਾਰਾ ਬਿਰਤਾਂਤ ਪਿੱਛੇ ਵੀ ਇਤਿਹਾਸ ਵਿੱਚ ਆਇਆ, ਟੂਕ ਮਾਤਰ ਮੈਂ ਫਿਰ ਜ਼ਿਕਰ ਕਰ ਦਿੱਤਾ। ਹੁਣ ਇਹ ਪੀਰ ਭੀਖਮ ਸ਼ਾਹ ਜੀ ਮਹਾਰਾਜ ਜੀ ਕੇ ਦਰਸ਼ਨ ਦੁਬਾਰੇ ਪਾਉਂਦੇ ਹਨ। ਜਿਹੜੇ ਪਟਨੇ ਗਏ ਸਨ ਉਹਨਾਂ ਦਾ ਜ਼ਿਕਰ ਭਾਈ ਸਾਹਿਬ ਜੀ ਨੇ ਕੀਤਾ, ਤਾਂ ਜੋ ਕਿਤੇ ਇਤਿਹਾਸ ਵਿੱਚ ਭੁਲੇਖਾ ਨਾ ਰਹਿ ਜਾਏ, ਕਿਉਂਕਿ ਕਈ ਥਾਵਾਂ ਤੇ ਐਸਾ ਵੀ ਹੁੰਦਾ ਇਤਿਹਾਸ ਵਿੱਚ ਇੱਕ ਹੀ ਨਾਮ 2-3 ਵਾਰ ਆਇਆ ਤੇ ਉੱਥੇ ਫਿਰ ਸਾਨੂੰ ਲੱਗਦਾ ਹੈ ਵੀ ਇਹ ਉਹ ਹੀ ਹੈ, ਇਹ ਦੂਸਰਾ ਕੋਈ ਹੈ। ਇਸ ਬਿਧਨਾ ਉਹਨਾਂ ਨੇ ਲਿਖ ਦਿੱਤਾ, ਸ਼ਾਹੇ ਭੀਖ ਜੋ ਪਟਨਾ ਗਇਓ। ਇਹ ਉਹੀ ਪੀਰ ਭੀਖਮ ਸ਼ਾਹ ਜੀ ਨੇ ਜਿਹੜੇ ਪਟਨਾ ਸਾਹਿਬ ਦਰਸ਼ਨ ਕਰਨ ਲਈ ਪੁੱਜੇ ਸਨ। 3 ਮਾਸ ਕੇ ਦਰਸਤ ਪਇਓ। ਤੇ ਉਸ ਵਕਤ ਮਹਾਰਾਜ ਜੀ ਕੇ ਦਰਸ਼ਨ ਕੀਤੇ ਸਨ, ਜਿਸ ਵਕਤ ਆਰਬਲਾ ਕੇਵਲ 3 ਮਹੀਨਿਆਂ ਦੀ ਸੀ, 3 ਮਾਸ ਦੀ ਸੀ। ਪੀਰ ਭੀਖਮ ਸ਼ਾਹ ਜੀਆਂ ਨੇ ਮਹਾਰਾਜ ਜੀ ਕੇ ਦੀਦਾਰ ਪਾਏ ਸਨ। ਨਿਕਟ ਗਰਾਮ ਤਿਸ ਬਸ ਵੇ ਕੇਰਾ। ਹੁਣ ਨਾ ਉਹ ਵੀ ਇਸ ਥਾਂ ਤੇ ਹੀ ਰਹਿ ਰਹੇ ਨੇ। ਵੈਸੇ ਉਸ ਵਕਤ ਜ਼ਿਕਰ ਸੀਗਾ ਵੀ ਉਹ ਇੱਧਰ ਕਰਨਾਲ ਦੇ ਪਾਸ ਇੱਕ ਨਗਰ ਥਾਨੇਸ਼ਰ ਦੇ ਕੋਲ, ਉਸ ਵਕਤ ਉਸ ਸਥਾਨ ਤੇ ਟਿਕੇ ਹੋਏ ਸਨ। ਨਗਰ ਉਹਨਾਂ ਦਾ ਕੁੜਾਮ ਹੈ। ਸੋ ਹੁਣ ਇਸ ਵਕਤ ਨਾ ਉਹ ਵੀ ਇੱਥੇ ਨਿਕਟ ਹੀ ਇੱਕ ਨਗਰ ਦੇ ਵਿੱਚ ਵਿਚਰ ਰਹੇ ਹਨ, ਜਿਸ ਸਥਾਨ ਤੇ 10ਵੇਂ ਅਵਤਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਏ ਹਨ। ਲਖਨੌਰ ਦੇ ਪਾਸ ਹੀ ਕਿਸੇ ਨਗਰ ਵਿੱਚ ਵਿਚਰ ਰਹੇ ਸਨ। ਜਹਾਂ ਪ੍ਰਥੋਦਕ ਤੀਰਥ ਹੇਰਾ। ਜਹਾਂ ਪ੍ਰਥੋਦਕ ਭਾਵ ਇੱਥੇ ਉਹ ਜਿਹੜੇ ਤੀਰਥ ਦਾ ਵੀ ਜ਼ਿਕਰ ਕੀਤਾ, ਪ੍ਰਥੋਦਕ
ਇਹ ਕੁਝ ਵਿਦਵਾਨ ਇਹਦਾ ਜਿਹੜਾ ਹਵਾਲਾ ਹੈ ਉਹ ਦਿੰਦੇ ਨੇ ਕਿ ਹੋਵੇ ਦੇ ਪਾਸ ਦਾ ਇੱਕ ਵਿਸ਼ੇਸ਼ ਸਥਾਨ, ਜਿਸ ਸਥਾਨ ਤੇ ਖਾਸ ਕਰ ਇਸਲਾਮੀ ਜਿਹੜੇ ਹਨ ਜਾਂ ਸਨਾਤਨੀ ਲਗਭਗ ਸਾਰੇ ਹੀ ਉਸ ਨੂੰ ਤੀਰਥ ਸਥਾਨ ਮੰਨਦੇ ਸਨ। ਉਸ ਸਥਾਨ ਤੇ ਕੁਦਰਤੀ ਇੱਥੋਂ ਦੀ ਪੀਰ ਜੀ ਵੀ ਲੰਘ ਰਹੇ ਸਨ ਤੇ ਉਧਰ ਦੂਸਰੇ ਪਾਸੇ ਕੁਝ ਦੂਰੀ ਤੇ ਲਖਨੌਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵਿਚਰ ਰਹੇ ਨੇ। ਸੋ ਇਸ ਸਥਾਨ ਤੇ ਪੀਰ ਜੀ ਹੋਰਾਂ ਨੂੰ ਪਤਾ ਲੱਗਦਾ ਹੈ ਕਿ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹ ਇਸ ਸਥਾਨ ਤੇ ਆਏ ਹਨ। ਤਹ ਤੇ 3 ਕੋਸ ਤਿਸ ਜਾਨ ਹੈ। ਤਹ ਤੇ ਉਸ ਤੀਰਥ ਤੋਂ ਕੋਈ 3 ਕੋ ਦੀ ਦੂਰੀ ਤੇ ਕੋਈ ਅਸਥਾਨ ਤੇ ਪੀਰ ਜੀ ਵਿਚਰ ਰਹੇ ਹਨ। ਗ੍ਰਾਮ ਸਿਆਣਾ ਨਾਮ ਬਖਾਨ ਹੈ। ਨਗਰ ਦਾ ਨਾਮ ਵੀ ਲਿਖਿਆ ਹੈ, ਪੇਵੇ ਦੇ ਪਾਸ ਕੋਈ ਨਗਰ ਸਿਆਣਾ ਨਾਮ ਦਾ ਜਿਹੜਾ ਨਗਰ ਹੈ ਜੀ। ਕਬ ਤਹ ਰਹਿ ਕਭੈ ਕਹੋ ਰਾਮ। ਕਦੇ ਕਦੇ ਉਹ ਆਪਣੀ ਮੌਜ ਵਿੱਚ ਆਪਣੀਆਂ ਵਿਸ਼ੇਸ਼ ਕਾਰਜਾਂ ਹਿੱਤ ਬੰਦਗੀ ਹਿੱਤ ਜਾਂ ਜਿਵੇਂ ਜਿਵੇਂ ਉਹ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਆਦਿ ਕਰਦੇ ਸਨ, ਕਿਉਂਕਿ ਉਹਨਾਂ ਦੇ ਵੀ ਮੁਰੀਦ ਸਨ, ਉਹ ਵੀ ਵੱਖ-ਵੱਖ ਥਾਵਾਂ ਤੇ ਜਾ ਕਰਕੇ ਸੱਚ ਦਾ ਪ੍ਰਚਾਰ ਕਰਦੇ ਸਨ ਆਪਣੇ ਧਰਮ ਅਨੁਸਾਰ। ਸੋ ਕਦੇ ਕਦੇ ਭਾਈ ਸੰਤੋਖ ਸਿੰਘ ਸਾਹਿਬ ਲਿਖਦੇ ਨੇ ਵੀ ਉਹ ਇਸ ਨਗਰ ਵਿੱਚ ਆ ਜਾਂਦੇ ਸਨ ਤੇ ਬਹੁਤਾਤ ਵਿੱਚ ਜ਼ਿਆਦਾ ਕੁੜਾਮ ਹੀ ਰਹਿੰਦੇ ਸਨ। ਸੋ ਭਾਈ ਜਿਹੜੇ ਪੀਰ ਭੀਖਮ ਸ਼ਾਹ ਜੀ ਹਨ, ਕਦੇ ਇਸ ਸਥਾਨ ਤੇ ਬਹੁਤਾ ਆ ਕੇ ਰਹਿੰਦੇ ਹਨ ਤੇ ਕਦੇ ਬਹੁਤਾ ਕੁੜਾਮ ਦੇ ਪਾਸ ਰਹਿੰਦੇ ਹਨ। ਇਹ ਉਹਨਾਂ ਦੀ ਇੱਕ ਆਪਣੀ ਮੌਜ ਹੈ ਜੀ। ਸਿਮਰਤ ਨਿਤ ਖੁਦਾਏ ਕੋ ਨਾਮ। ਜਿਹੜੇ ਕਿ ਆਪ ਬਹੁਤ ਬੰਦਗੀ ਵਾਲੇ ਨੇ ਤੇ ਇਹਦੇ 'ਚ ਕੋਈ ਦੋਰਾਵਾਂ ਨਹੀਂ। ਜਿਸ ਪੁਰਖ ਨੇ ਪ੍ਰਕਾਸ਼ ਹੁੰਦਿਆਂ ਹੀ 3 ਮਹੀਨਿਆਂ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਦੀਦਾਰ ਪਾ ਲਿਆ, ਸੱਚਮੁੱਚ ਉਹ ਕੋਈ ਆਮ ਮਨੁੱਖ ਨਹੀਂ ਹੋਣਾ, ਸੰਸਾਰੀ ਨਹੀਂ ਹੋਣਾ। ਸਿਮਰਤ ਰਹਿ ਖੁਦਾਏ ਕੋ ਨਾਮ, ਜਿਨ੍ਹਾਂ ਦੀ ਸੁਰਤ ਹਰ ਵਕਤ ਖੁਦਾ ਦੇ ਅੱਲਾਹ ਦੇ ਨਾਮ ਵਿੱਚ ਜੁੜੀ ਰਹਿੰਦੀ ਹੈ, ਐਸੇ ਮਹਾਨ ਪੀਰ ਭੀਖਮ ਸ਼ਾਹ ਪਵਿੱਤਰ ਆਤਮਾ ਇਬਾਦਤ ਦੀ ਮੂਰਤ ਬੰਦਗੀ ਦੇ ਮੁਜਸਮੇ ਹਨ। ਠਸਕਾ ਨਾਮ ਗਾਮ ਇੱਕ ਚਿਨੋ। ਇੱਕ ਠਸਕਾ ਨਾਮ ਇਹ ਉਹ ਨਗਰ ਹੈ ਜਿਸ ਸਥਾਨ ਤੇ ਪਹਿਲੇ ਵਸਦੇ ਸਨ। ਥਾਨੇਸਰ ਦੇ ਪਾਸ ਪੁਰਾਣਾ ਜਿਹੜਾ ਤਹਿਸੀਲ ਇਸ ਨੂੰ ਕਰਨਾਲ ਜ਼ਿਲ੍ਹਾ ਲੱਗਦਾ ਹੈ, ਜਿਸ ਸਥਾਨ ਤੋਂ ਚੱਲ ਕੇ ਉਹ ਪਹਿਲੇ ਦਰਸ਼ਨ ਕਰਨ ਗਏ ਸਨ ਮਹਾਰਾਜ ਜੀ ਕੇ। ਸੋ ਉਹ ਵੀ ਇੱਕ ਨਗਰ ਹੈ ਜਿਸ ਸਥਾਨ ਤੇ ਕਦੇ ਕਦੇ ਜਾਂਦੇ ਹਨ। ਭਾਈ ਸਾਹਿਬ ਜੀ ਹੋਰਾਂ ਨੇ ਸਮੁੱਚੇ ਹਵਾਲੇ ਇੱਥੇ ਇਕੱਤਰ ਕਰਕੇ, ਸਾਰੇ ਥਾਵਾਂ ਦੇ ਇਤਿਹਾਸ ਇਕੱਤਰ ਕਰਕੇ ਤੇ ਟੂਕ ਮਾਤਰ ਇੱਥੇ ਉਹ ਲਿਖਿਆ ਹੈ ਜੀ। ਕਿਸ ਤੁਰ ਕੇਸੁਰ ਨੇ ਤਿਸ ਦਿਨੋ। ਕਿਸ ਤੁਰ ਕੇਸਰ ਭਾਵੇਂ ਜਿਹੜਾ ਨਗਰ ਹੈ ਨਾ, ਇਹ ਥਾਂ ਵੀ ਕਿਸੇ ਤੁਰਕ ਬਾਦਸ਼ਾਹ ਨੇ ਉਹਨਾਂ ਨੂੰ ਇਸ ਕਰਕੇ ਦਿੱਤਾ ਸੀ ਵੀ ਉਹ ਰੱਬ ਦੇ ਪਿਆਰੇ ਨੇ, ਉਹ ਅੱਲਾ ਦੀ ਗੱਲ ਕਰਦੇ ਨੇ, ਅੱਲਾ ਦੇ ਨਾਲ ਜੁੜੇ ਹੋਏ ਨੇ ਤੇ ਉੱਥੇ ਉਹਨਾਂ ਨੂੰ ਉਹ ਜਿਹੜਾ ਨਗਰ ਹੈ, ਇਉਂ ਜਿਵੇਂ ਰਾਜੇ ਮਹਾਰਾਜੇ ਬਾਦਸ਼ਾਹ ਲੋਕ ਅਕਸਰ ਪੀਰਾਂ ਫਕੀਰਾਂ ਦੇ ਉੱਪਰ ਇਹ ਐਸੇ ਜਿਹੜੇ ਇਉਂ ਕਹਿ ਲਈਏ ਕਰਮ ਨੇ ਵੀ ਸਮੇਂ ਸਮੇਂ ਉਹਨਾਂ ਦੇ ਨਾਮ ਕੋਈ ਜਗੀਰਾਂ, ਕੋਈ ਨਗਰ ਜਾਂ ਕੋਈ ਡੇਰਿਆਂ ਦੇ ਲਈ ਉਹਨਾਂ ਨੂੰ ਸਥਾਨ, ਸੋ ਇਹ ਇੱਦਾਂ ਬਾਦਸ਼ਾਹ ਲੋਕ ਦੇ ਦਿਆ ਕਰਦੇ ਸਨ। ਸੋ ਇਹ ਵੀ ਕਿਸੇ ਫਕੀਰ ਨੂੰ, ਪੀਰ ਭੀਖਮ ਸ਼ਾਹ ਜੀ ਹੋਰਾਂ ਨੂੰ ਕਿਸੇ ਤੁਰਕ ਬਾਦਸ਼ਾਹ ਵੱਲੋਂ ਦਿੱਤਾ ਹੋਇਆ ਹੈ। ਚਾਹਤ ਚਿੱਤ ਬਖਸਾਵਣ ਕਾਜ। ਆਪਣੇ ਕੋਈ ਕਾਰਜ ਦੀ ਪੂਰਨਤਾ ਦੇ ਲਈ, ਆਪਣੇ ਕਿਸੇ ਕਾਰਜ ਦੀ ਸਫਲਤਾ ਦੇ ਲਈ ਪੀਰ ਭੀਖਮ ਸ਼ਾਹ ਜੀਆਂ ਨੂੰ ਉਹਨਾਂ ਨੇ ਇਹ ਜਿਹੜਾ ਹੈ ਨਗਰ ਜਿਹੜਾ ਹੈ ਉਹ ਦਿੱਤਾ ਹੈ ਜੀ। ਜਬ ਹੈ ਭਵਿੱਖਿਅਤ ਸਿੰਘਨ ਰਾਜ। ਜਬ ਹੈ ਭਵਿੱਖਿਅਤ, ਫਿਰ ਅਗਲੇ ਸਮੇਂ ਦੀ ਥੋੜੀ ਜਿਹੀ ਗੱਲ ਕੀਤੀ ਹੈ ਵੀ ਜਦੋਂ ਫਿਰ ਅੱਗੇ ਸਿੰਘਾਂ ਦੇ ਰਾਜ ਆਏ, ਭਾਵ ਜਿਵੇਂ ਆਪਾਂ ਵੇਖਾਂਗੇ ਇਤਿਹਾਸ ਨੂੰ ਪੜਾਂਗੇ 1710 ਤੋਂ ਬਾਅਦ ਫਿਰ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਖੰਡਾ ਖੜਕਿਆ, ਫਿਰ ਖਾਲਸੇ ਰਾਜ ਦੇ ਝੰਡੇ ਝੂਲੇ। ਫਿਰ ਜਦੋਂ ਸਿੰਘਾਂ ਦੇ ਅਗਲੇ ਸਮੇਂ ਵਿੱਚ ਕੋਈ ਰਾਜ ਆਏ ਸਨ। ਨਹਿ ਛਿਨੋ ਸੋ ਦੇਗ ਜੋ ਮੋਰੀ। ਨਹਿ ਚੀਨੋ ਭਾਵ ਉਸ ਵਕਤ ਸਿੰਘਾਂ ਨੇ ਵੀ ਫਿਰ ਇੱਥੇ ਬਖਸ਼ਿਸ਼ਾਂ ਕੀਤੀਆਂ ਸਨ ਪੀਰ ਜੀਆਂ ਨੂੰ ਜਾਣ ਕਰਕੇ, ਤੇ ਇੱਥੇ ਕੋਈ ਨੁਕਸਾਨ ਨਹੀਂ ਕੀਤਾ। ਇਹ ਉਸੇ ਤਰ੍ਹਾਂ ਹੀ ਸਲਾਮਤ ਨਗਰ ਵਸਦੇ ਰਹੇ। ਹਾਲਾਂਕਿ ਹੋਰ ਥਾਵਾਂ ਤੇ ਜਿੱਥੇ ਜਿੱਥੇ ਵੀ ਤੁਰਕਾਂ ਦੇ ਟਿਕਾਣੇ ਸਨ ਜਾਂ ਜਿੱਥੇ ਉਹਨਾਂ ਦੇ ਠਾਣੇ ਬਣੇ ਹੋਏ ਸਨ, ਵਿਸ਼ੇਸ਼ ਥਾਵਾਂ ਸਨ, ਖਾਲਸਾ ਰਾਜ ਨੇ ਉਹ ਸਭ ਨੈਸਤੋ ਨਬੂਤ ਕਰ ਦਿੱਤਾ ਸੀ। ਉੱਥੇ ਸਭ ਆਪਣਾ ਸਿਸਟਮ, ਆਪਣੇ ਠਾਣੇ, ਆਪਣੇ ਰਾਜ ਲਾਗੂ ਕੀਤੇ ਸਨ। ਲੇਕਿਨ ਪੀਰ ਜੀਆਂ ਦੇ ਨਾਮ ਤੇ ਹੋਣ ਕਰਕੇ ਇਹ 2-3 ਥਾਵਾਂ ਐਸੀਆਂ ਨੇ ਜਿਹੜੀਆਂ ਹੂਬਹੂ ਉਸੇ ਤਰ੍ਹਾਂ ਸਲਾਮਤ ਰਹੀਆਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਸੰਗ ਇਹਨਾਂ ਦਾ ਪ੍ਰੇਮ ਹੋਣ ਕਰਕੇ ਇੱਥੇ ਕੋਈ ਨੁਕਸਾਨ ਜਿਹੜਾ ਸੀ ਸਮੇਂ ਦੇ ਫੌਜੀਆਂ ਨੇ, ਖਾਲਸੇ ਰਾਜ ਦੇ ਸਿਪਾਹੀਆਂ ਨੇ ਕੋਈ ਨਹੀਂ, ਕੁਝ ਵੀ ਨਹੀਂ ਵਿਗਾੜਿਆ। ਜਿਵੇਂ ਇੱਕ ਵੀ ਸਾਡੇ ਇਤਿਹਾਸ ਵਿੱਚ ਬਿਰਤਾਂਤ ਇਹ ਵੀ ਹੈ ਕਿ ਮਲੇਰਕੋਟਲੇ ਦੀ ਰਿਆਸਤ, ਜਿੱਥੋਂ ਦੇ ਨਵਾਬ ਸ਼ੇਰ ਖਾਨ ਨੇ ਹਾ ਦਾ ਨਾਰਾ ਮਾਰਿਆ ਸੀ, ਖਾਲਸਾ ਰਾਜ ਨੇ ਉਹਦੀ ਵੀ ਹਿਫਾਜ਼ਤ ਕੀਤੀ।
ਸੋ ਇੱਥੇ ਥੋੜਾ ਜਿਹਾ ਜ਼ਿਕਰ ਇਹ ਵੀ ਕੀਤਾ ਭਾਈ ਸਾਹਿਬ ਜੀ ਹੋਰਾਂ ਨੇ ਵੀ ਖਾਲਸਾ ਰਾਜ ਵੇਲੇ ਉਹਨਾਂ ਦੇ ਜਿਹੜੇ ਸਥਾਨ ਸਨ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ, ਮਹਿਫੂਜ਼ ਰਹੇ ਸਨ। ਇਹੀ ਕਾਮਨਾ ਨਿਤ ਬ੍ਰਤ ਲੋਰੀ। ਕਿਉਂਕਿ ਉਹਨਾਂ ਦੀ ਵੀ ਇੱਕ ਇੱਛਾ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਚਰਨਾਂ ਨਾਲ ਪ੍ਰੇਮ ਕਰਦੇ ਸਨ ਤੇ ਅੱਗੇ ਖਾਲਸਿਆਂ ਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਪ੍ਰੇਮ ਸਹਿਤ ਹੀ ਉਹਨਾਂ ਦੇ ਨਾਲ ਕਿਉਂ ਸਲੂਕ ਕੀਤਾ ਹੈ। ਨਿਜ ਅਜ ਮਤ ਕਰ ਔਰ ਮਹਿ ਜਾਣੇ। ਹੁਣ ਇੱਥੇ ਫਿਰ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਪੀਰ ਜੀਆਂ ਦੇ ਅੰਦਰ ਦੀ ਗੱਲ ਕੀਤੀ ਹੈ, ਜਿਹੜੇ ਕਿ ਆਪਣੀ ਅਜ਼ਮਤ ਦੇ ਨਾਲ, ਆਪਣੀ ਕਮਾਈ ਦੇ ਨਾਲ, ਆਪਣੀ ਬੰਦਗੀ ਤੇਜ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਤੇਜ ਪ੍ਰਤਾਪ ਨੂੰ ਸਮਝਦੇ ਹਨ। ਮਹਾਰਾਜ ਜੀ ਕੇ ਅਵਤਾਰ ਦੀ ਕਥਾ ਜਿਹੜੀ ਹੈ, ਮਹਾਰਾਜ ਜੀ ਕੇ ਪ੍ਰਗਟ ਹੋਣ ਦਾ ਜਿਹੜਾ ਮਨੋਰਥ ਹੈ, ਪੀਰ ਜੀਆਂ ਨੇ ਆਪਣੇ ਇਲਮ ਨਾਲ ਜਾਣਿਆ ਸੀ। ਕਿਉਂਕਿ ਉਹਨਾਂ ਨੇ ਮਹਾਰਾਜ ਕੀ ਪ੍ਰੀਖਿਆ ਕਰਨ ਦੇ ਲਈ ਦੋ ਉਹ ਕੁੱਜੀਆਂ ਕੀਤੀਆਂ ਮਹਾਰਾਜ ਕੇ ਅੱਗੇ ਵੀ, ਇੱਕ ਦੁੱਧ ਦੀ ਤੇ ਇੱਕ ਪਾਣੀ ਦੀ ਵੀ, ਕਿਹਨਾਂ ਦੇ ਪੀਰ ਨੇ ਤੇ ਕਿਹਨਾਂ ਦੇ ਗੁਰੂ ਨੇ। ਮਹਾਰਾਜ ਨੇ ਆਪਣੇ ਦੋਨਾਂ ਹੱਥਾਂ ਨਾਲ ਉਹ ਦੋਵੇਂ ਡੋਲ ਦਿੱਤੇ ਵੀ ਅਸੀਂ ਸਾਂਝੇ ਸਾਰੀ ਮਨੁੱਖਤਾ ਦੇ ਹੀ ਰਹਿਬਰ। ਸੋ ਨਿਜ ਅਜ਼ਮਤ ਆਪਣੀ ਤਾਕਤ ਦੇ ਨਾਲ ਉਹਨਾਂ ਨੇ ਮਹਾਰਾਜ ਜੀ ਕੀ ਮਹਿਮਾ ਉਦੋਂ ਹੀ ਜਾਣ ਲਈ ਜਿਸ ਵਕਤ ਮਹਾਰਾਜ ਪ੍ਰਗਟੇ ਸਨ। ਦੇਗ ਤੇਗ ਕੇ ਤਨੀ ਮਹਾਨੇ। ਜਾਣਦੇ ਸਨ ਪੀਰ ਭੀਖਮ ਸ਼ਾਹ ਜੀ ਵੀ ਇਹ ਕੋਈ ਆਮ ਮਨੁੱਖ ਨਹੀਂ ਨੇ, ਇਕੱਲੇ ਸੂਰਮੇ ਨਹੀਂ ਨੇ ਤੇ ਇਕੱਲੇ ਸੰਤ ਵੀ ਨਹੀਂ ਨੇ। ਇਹ ਸੰਤ ਵੀ ਨੇ ਤੇ ਇਹ ਸਿਪਾਹੀ ਵੀ ਨੇ, ਇਹ ਬੰਦਗੀ ਵਾਲੇ ਵੀ ਨੇ ਤੇ ਇਹ ਸਮਾਂ ਪੈਣ ਤੇ ਖੰਡੇ ਖੜਕਾਉਣ ਵਾਲੇ, ਦੇਗ ਦੇ ਧਣੀ ਵੀ ਨੇ ਤੇ ਤੇਗ ਦੇ ਵਿੱਚ ਮਹਾਨਤਾ ਵੀ ਰੱਖਣ ਵਾਲੇ ਨੇ। ਇਹ ਦੋਨੋਂ ਹੀ ਬਖਸ਼ਿਸ਼ਾਂ ਦੇ ਮਾਲਕ ਹਨ। ਜਿੱਥੇ ਲੋੜ ਪਈ ਉੱਥੇ ਇਹਨਾਂ ਦਾ ਖੰਡਾ ਖੜਕੇਗਾ ਤੇ ਜਿੱਥੇ ਮਨੁੱਖਤਾ ਦੀ ਸੇਵਾ ਆਈ ਉੱਥੇ ਇਹਨਾਂ ਦੀਆਂ ਦੇਗਾਂ ਚੱਲਣਗੀਆਂ, ਲੰਗਰ ਚੱਲਣਗੇ, ਉੱਥੇ ਇਹ ਸਾਰੇ ਕਾਰਜ ਕਰਨਗੇ। ਸੋ ਦੇਗ ਤੇਗ ਕੇ ਧਣੀ ਮਹਾਨੇ, ਤੇ ਉਹ ਪੁਰਖ ਨੇ ਸੰਸਾਰ ਵਿੱਚ ਜਿਨ੍ਹਾਂ ਦੇ ਘਰ ਅੰਦਰ ਕੋਈ ਕਮੀ ਨਹੀਂ ਹੈ ਜੀ। ਮਾਮੂ ਸਮੀਪ ਆਏ ਲਖ ਨੂਰ। ਜਿਸ ਵਕਤ ਪੀਰ ਭੀਖਮ ਸ਼ਾਹ ਜੀ ਹੋਰਾਂ ਨੂੰ ਪਤਾ ਲੱਗਿਆ, ਕਿਉਂਕਿ ਇੱਥੋਂ ਤੱਕ ਜਿਹੜਾ ਹਵਾਲਾ ਆਇਆ ਨਾ, ਭਾਈ ਸਾਹਿਬ ਜੀ ਨੇ ਆਪਣੀ ਨਿੱਜੀ ਜਾਣਕਾਰੀ ਦੇ ਤੌਰ ਤੇ ਉਹਨਾਂ ਦਾ ਥੋੜਾ ਜਿਹਾ ਵਿਖਿਆਨ ਦਿੱਤਾ ਵੀ ਉਹ ਕਿਵੇਂ ਇੱਥੇ ਰਹਿ, ਕਿਵੇਂ ਉਹਨਾਂ ਦੇ ਕਿਹੜੇ ਕਿਹੜੇ ਨਗਰਾਂ ਵਿੱਚ ਰਹਿੰਦੇ ਸਨ। ਹੁਣ ਇਸ ਤੋਂ ਅੱਗੇ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ ਕਿ ਜਿਸ ਵਕਤ ਮਹਾਰਾਜ ਇੱਥੇ ਲਖਨੌਰ ਵਿੱਚ ਕੁਝ ਦਿਨ ਰਹਿਣ ਦੇ ਲਈ ਆਏ ਸਨ, ਸੋ ਉਸ ਵਕਤ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਸਥਾਨ ਤੇ ਆਏ ਨੇ। ਹੁਣ ਇਹ ਜਿਹੜਾ ਸਮਾਂ ਹੈ ਨਾ, ਕੁਦਰਤੀ ਤੌਰ ਤੇ ਕੋਈ 8-9 ਵਰਿਆਂ ਤੋਂ ਵੱਧ ਮਿਲੇਗਾ। ਜਦੋਂ ਪਹਿਲੇ ਦਰਸ਼ਨ ਹੋਏ ਨੇ ਤੇ ਅੱਜ ਦੂਜੀ ਵਾਰ ਦਰਸ਼ਨ ਹੋਣੇ ਨੇ। ਸੋ ਅੱਜ ਜਿਸ ਵਕਤ ਪੀਰ ਭੀਖਮ ਸ਼ਾਹ ਜੀ ਹੋਰਾਂ ਨੂੰ ਇਹ ਪਤਾ ਲੱਗਿਆ ਹੈ ਤੇ ਮਹਾਰਾਜ ਜੀ ਕੇ ਦਰਸ਼ਨ ਕਰਨ ਹਿਤ ਆਉਂਦੇ ਹਨ। ਏਕ ਪੀਰ ਲੈ ਸੰਗੀ ਔਰ, ਇੱਥੇ ਉਹਨਾਂ ਨੇ ਆਪਣਾ ਇੱਕ ਸੰਗੀ ਪੀਰ, ਉਹਦਾ ਨਾਮ ਭਾਵਾਂ ਕਿ ਨਹੀਂ ਲਿਖਿਆ ਗਿਆ, ਲੇਕਿਨ ਉਹਨਾਂ ਦਾ ਕੋਈ ਸੰਗੀ ਹੈ ਜਿਹੜਾ ਉਸੇ ਤਰ੍ਹਾਂ ਹੀ ਬੰਦਗੀ ਕਰਦਾ, ਖੁਦਾ ਦੀ ਇਬਾਦਤ ਕਰਦਾ, ਅੱਲਾਹ ਤਾਲਾ ਦੀ। ਸੋ ਉਹਨਾਂ ਨੂੰ ਨਾਲ ਲੈ ਕਰਕੇ, ਕਿਉਂਕਿ ਜਿਵੇਂ ਜਿਵੇਂ ਇਹ ਚੱਲਦੇ ਸਨ ਨਾ, ਇਸਲਾਮੀ ਪੀਰਾਂ ਦੇ ਜਿਹੜੇ ਡੇਰੇ ਕਹਿ ਲਈਏ ਜਾਂ ਉਹਨਾਂ ਦੇ ਜਿਹੜੇ ਪਵਿੱਤਰ ਸਥਾਨ, ਉਹ ਫਿਰ ਜਿਹੜੇ ਮੁਖੀ ਪੀਰ ਹੁੰਦੇ ਸਨ ਅੱਗੇ ਆਪਣੀ ਕਿਸੇ ਨਾ ਕਿਸੇ ਸ਼ਾਗਿਰਦ ਨੂੰ ਦੂਜੇ ਸਥਾਨ ਤੇ ਵੀ ਬਿਠਾ ਦਿੰਦੇ ਸਨ ਵੀ ਇੱਥੇ ਤੁਸੀਂ ਅੱਲਾਹ ਤਾਲਾ ਦੀ ਗੱਲ ਸੁਣਾਓ। ਉਹਨਾਂ ਦੇ ਫਿਰ ਅੱਗੇ ਇਹ ਇੱਕ ਸਿਲਸਿਲਾ ਚੱਲਦਾ ਸੀ। ਸੋ ਉੱਥੋਂ ਦਾ ਜਿਹੜਾ ਮੁਖੀ ਹੈ ਉਸ ਨੂੰ ਨਾਲ ਲੈ ਕਰਕੇ ਪੀਰ ਭੀਖਮ ਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕੇ ਦਰਸ਼ਨ ਕਰਨ ਦੇ ਲਈ ਇਸ ਪਵਿੱਤਰ ਸਥਾਨ ਤੇ ਲਖਨੌਰ ਪਹੁੰਚਦੇ ਹਨ। ਕਾਹੂ ਜਾਨ ਕੋ ਲੀਨ ਬਹਾਨਾ। ਕਾਹੂ ਜਾਨ ਕੋ ਲੀਨ ਬਹਾਨਾ ਭਾਵ ਕਿਤੇ ਅੱਗੇ ਕਿਸੇ ਦੂਜੇ ਸਥਾਨ ਤੇ ਜਾਣ ਦੇ ਲਈ ਮਹਾਰਾਜ ਜੀ ਕੇ ਉਸ ਪਵਿੱਤਰ ਸਥਾਨ ਤੇ ਜਾਂਦੇ ਹਨ। ਜਿਵੇਂ ਕਈ ਵਾਰ ਹੁੰਦਾ ਨਾ, ਬਹਾਨੇ ਨਾਲ ਆਪਾਂ ਸੋਚਦੇ ਹਾਂ ਵੀ ਚਲੋ ਨਾਲੇ ਉਸ ਸਥਾਨ ਤੇ ਜਾ ਆਉਣੇ ਆ, ਨਾਲੇ ਆਹ ਕੰਮ ਕਰ ਆਉਣੇ ਆ। ਇੱਦਾਂ ਕੁਦਰਤੀ ਤੌਰ ਤੇ ਦੋਨੋਂ ਜਿਹੜੇ ਪੀਰ ਹਨ ਰਲ ਕਰਕੇ ਮਹਾਰਾਜ ਜੀ ਕੇ ਦਰਸ਼ਨ ਪਾਉਣ ਦੇ ਲਈ ਇਸ ਪਾਸੇ ਵੱਲ ਆਏ ਹਨ। ਪਹੁੰਚਿਓ ਆਹੇ ਗੁਰੂ ਜਿਸ ਥਾਨਾ। ਫਿਰ ਉਸ ਸਥਾਨ ਤੇ ਪਹੁੰਚ ਗਿਆ ਜਿਸ ਸਥਾਨ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵਿਰਾਜੇ ਹੋਏ ਹਨ। ਸੋ ਇਸ ਸਥਾਨ ਤੇ ਹੁਣ ਦੁਬਾਰਾ ਪੀਰ ਜੀ ਹੋਰਾਂ ਨੂੰ ਮਹਾਰਾਜ ਜੀ ਕੇ ਦਰਸ਼ਨ ਹੁੰਦੇ ਹਨ। ਕਿੰਦਕ ਕੋ ਡੰਡਾ ਹੱਥ ਪ੍ਰੇਰ ਹੈ। ਫਿਰ ਜਿਸ ਵਕਤ ਦਰਸ਼ਨ ਹੁੰਦੇ ਨੇ ਨਾ, ਉਹ ਵੀ ਥੋੜਾ ਜਿਹਾ ਹਵਾਲਾ ਭਾਈ ਸਾਹਿਬ ਜੀ ਨੇ ਲਿਖਿਆ, ਮਹਾਰਾਜ ਉਸ ਵਕਤ ਵੀ ਆਪਣੀ ਖੇਡ ਵਿੱਚ ਮਹਿਫੂਜ਼ ਸਨ। ਜਦੋਂ ਦਰਸ਼ਨ ਪਾਉਣ ਦੇ ਲਈ ਆਏ ਨਾ, ਤੇ ਜਿਵੇਂ ਮਹਾਰਾਜ ਕੇ ਦਰਸ਼ਨ ਪਾਉਂਦੇ ਹਨ, ਇੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੀਆਂ ਹਾਣੀਆਂ ਦੇ ਨਾਲ, ਸਾਥੀਆਂ ਦੇ ਨਾਲ ਕੁਝ ਖੇਡ ਖੇਡ ਰਹੇ ਹਨ। ਬਾਲਕ ਤੇ ਨੈ ਬੁਚੈ ਪੁਨ ਕੇ ਰਹਿ। ਬਾਲਕਾਂ ਦੇ ਨਾਲ ਜਿਹੜੀ ਖੇਡ ਹੈ, ਜਿਵੇਂ ਖਿੱਦੋ ਖੁੰਡੀ ਦੀ ਖੇਡ ਹੁੰਦੀ ਹੈ, ਇਸ ਵੇਲੇ ਮਹਾਰਾਜ ਉਸ ਸਥਾਨ ਤੇ ਖੇਡ ਰਹੇ ਸਨ। ਹੋਏ ਸਮੀਪ ਗਹਿ ਕਦਮ ਪਦਮ ਕੋ। ਤੇ ਜਿਸ ਵਕਤ ਮਹਾਰਾਜ ਆਪਣੇ ਸਥਾਨ ਤੇ ਖੜੇ ਖੇਡ ਖੇਡ ਰਹੇ ਹਨ,
इधर पीर भीखम शाह जी महाराज जी के पास गए तो पास जा करके महाराज जी के चरणों का जोड़ा ध्यान करके महाराज जी के कदम पद्म को महाराज के पवित्र कमल रूप जोड़े चरण हैं उन्होंने फड़ते हैं। सिजदा कुनद आनंद सदम को ते महाराज जी के चरण पकड़ करके बड़े आनंद नाल पीर भीखम शाह जी ने उत्थे ही सिजदा किया है। ये कोई विशेष स्थान नहीं है जिथे महाराज असीं कहिए बैठे ने, वो तो खेड़ दे मैदान विच खेड़ रहे ने अपनी मौज विच ते चुपके जा करके पीर जी महाराज जी के पास पहुँचे, बिना कुछ बोले 10वें अवतार गुरु गोबिंद सिंह साहब महाराज जी की मूर्त दे दर्शन किए ते जाके उस तरह ही मैदान अंदर ही चरण पकड़ लिया। चरण पकड़ करके बिरध उम्र दे ने वैसे पीर जी ते महाराज सच्चे पातशाह जी को सजदा कर रहे हैं, नेत्र बंद करके महाराज जी के चरणों ते नमस्कार कर रहे हैं। पुन कर जोरत खरो अगारी, फिर हाथ जोड़ के खड़े हो गए। जिस वक्त नमस्कार कर ली उसी तरह ही उसे मैदान के अंदर ही महाराज सच्चे पातशाह जी के सन्मुख हाथ जोड़ करके पीर जी खड़े हो गए हैं। कार तारीफ बाहो अर्ज गुजारी, महाराज सच्चे पातशाह जी की बड़ी सिफत की है। महाराज सच्चे पातशाह जी का गुणगान गाया, महाराज सुन रहे सन। सो फिर निजी अर्ज जो है हाथ जोड़ करके जिवें आपां अपनी अरदास गुरु चरणों में करते हैं, इस तरह इस ढंग नाल पीर जी होरां ने अपनी जिहड़ी अर्जी है महाराज जी के चरणों अंदर कीती है जी। तन भाग मैं होइस आजू, महाराज सच्चे पातशाह जी के सन्मुख हाथ जोड़ करके पीर भीखम शाह जी कहने लगे साडे धन भाग हो गए, जन्म सफल हो गया। किवें? क्योंकि अज कुदरती इस स्थान तो लंघदिया होया दोबारा जीवन अंदर आप जी का दीदार हो गया है। ये पूर्ण बख्शिश के मालिक ने। सो धन भाग मैं होइस आजू, अज साडे धन भाग हो गए ने कि अज आप जियों के दर्शन सानू हो गए हैं। दरसे आन गरीब निवाजू, क्योंकि अज गरीब निवाज सतगुरु आप जियों का दर्शन इन्हां नेत्रां नूं प्राप्त हो गया। ਹਿਰਦੇ ਦੀ ਇੱਛਾ ਤਾਂ ਹੈ, ਕਿਉਂਕਿ ਬੰਦਗੀ ਵਾਲਿਆਂ ਦੀ ਤੇ ਹਰ ਵਕਤ ਇੱਛਾ ਹੁੰਦੀ ਹੈ ਵੀ ਕਦੋਂ ਸਮਾਂ ਬਣੇ ਪੂਰਨ ਬਖਸ਼ਿਸ਼ ਦੇ ਮਾਲਕ ਗੁਰੂ ਦੇ ਦੀਦਾਰ ਹੋਣ। ਅੱਜ ਕੁਦਰਤੀ ਇਸ ਪਾਸੇ ਵੱਲੋਂ ਲੰਘ ਰਹੇ ਸਾਂ, ਪਤਾ ਲੱਗਿਆ ਆਪ ਜੀ ਇਸ ਸਥਾਨ ਤੇ ਟਿਕੇ ਹੋ, आप जी के दर्शन हो गए, नमस्कार कीती है, महाराज का दर्शन पाया है। धनता दे योग महाराज आप जिन्हों ने दर्शन दिता है, साडे वर्गे जीवां दा धन भाग होया है। पिख बालक इकट्ठे होए आए, हुण जिस वक्त वड्डी उम्र दे पीर जियां ने आकर के खेड़ दे मैदान विच ही धन गुरु गोबिंद सिंह साहब महाराज जी के चरनां ते मत्था टेक दिता, ते जिहड़े नाल दे हाणी वेख रहे सन, खेड़ रहे सन महाराज जी के संगे मैदान विच, सो वो सारे वेख करके हैरान हो गए। तो उसे वक्त उसे स्थान ते ही महाराज जी के पास आकर के खड़े हो गए हैं। निज संगण जुत पै समुदाय, सारे अपने आप दे अंदर साथी जितने हैं ना अपने आपस दे विच ही कुछ विचारा करते हैं, क्योंकि उन्हां लई एक अचरज कौतक है। एक धन गुरु गोबिंद सिंह साहब महाराज जिन्हां दी आरबला जे कुछ वड्डी नहीं छोटी है, तो इधर एक बिरध आयु दा मनुख कुदरती तौर पर लंघदियां मैदान दे विच खेडदियां, चलो जे ਸਿੰਘਾਸਨ ते बैठे होण ते गल वक्री है, मैदान खेड दे मैदान दे विच आके चरण पकड़ करके सिजदा करे, दूजियां लई ते सचमुच हैरानी वाली बात है। सो वो आपस विच कुछ विचारा कर रहे हैं, हैरान भी होए हैं। साहो भिख कुछ कह वो चाही, लेकिन इत्थे ना जिहड़े पीर भीखम शाह जी हैं अपने अंदर दी कोई वेदना है, कोई बात है जिहड़ी महाराज सच्चे पातशाह जी दे नाल सांझी करना चाहुंदे हन, कुछ कहना चाहुंदे सन। इत उत देखे कर बहु पाई, लेकिन अजे कुछ कह नहीं रहे। नेत्रा तो मुख तो लगता है भी कुछ कहना चाहते हैं, कदे किसी पासे वाल तकते हैं, कदे किसी पासे वाल। सो बालक हन नाल संगी हन, होर भी कुछ मनुख वेख रहे हैं जिहड़े खेड वेखदे सन, सो दस नहीं रहे। तो कुदरती तौर पर यह भी हुंदा है जिहड़े पीर फकीर अंदर दी साधना वाले मनुख होण ना, सब दे सामने कदे कुछ नहीं बोलते। जे किते अपने मुरशद नाल किसी होर नाल किसी बराबर की कमाई वाले नाल भी गल करन ना, तो निश्चय कोई एकांत वेख करके जिथे बहुते मनुख ना सुनते होण। सो पीर जी भी तक रहे सन महाराज सच्चे पातशाह जी दे नाल कुछ बात करनी है, लेकिन हुण माहौल नहीं है, क्योंकि इत्थे इकट्ठ है। तो ऐसी कोई डूंगी रमज की बात जिहड़ी केवल महाराज नाल ही की जा सकती है। सो इत्थे तो देख रहे बहु पाही, कई बार उन्होंने खब्बे पासे वाल सज्जे पासे वाल अगे पिछे वेख्या, लेकिन स्थान निर्धारित नहीं हो रहा है। लिए
ਉਠਾਏ ਆਪਣੀ ਗੋਦ। ਫਿਰ ਪ੍ਰਸੰਨ ਹੋ ਕਰਕੇ ਨਾ ਦਰਸ਼ਨ ਪਾ ਕਰਕੇ ਪੀਰ ਭੀਖਮ ਸ਼ਾਹ ਜੀ ਹੋਰਾਂ ਨੇ ਮੌਜ ਵਿੱਚ ਆ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਆਪਣੀ ਗੋਦ ਵਿੱਚ ਉਠਾ ਲਿਆ। ਇਹ ਵੀ ਉਹਨਾਂ ਦਾ ਇੱਕ ਸੁਭਾਗ ਹੈ। ਸੋ ਆਪਣੇ ਕੁੱਛੜ ਜਿਵੇਂ ਕੋਈ ਬਾਲਕ ਨੂੰ ਆਪਾਂ ਚੁੱਕ ਲੈਂਦੇ ਹਾਂ, ਇਸ ਬਿਧ ਪੀਰ ਜੀ ਹੋਰਾਂ ਨੇ ਆਪਣੀ ਗੋਦ ਅੰਦਰ ਉਠਾਇਆ ਹੈ। ਨਿਆਰੋ ਭਿਓ ਬਿਲੰਦ ਪਰ ਮੋਦ। ਤੇ ਆਪਣੀ ਗੋਦ ਵਿੱਚ ਉਠਾ ਕਰਕੇ ਨਾ ਉਹ ਜਿਤਨੇ ਵੀ ਉਸ ਸਥਾਨ ਤੇ ਮਨੁੱਖ ਖੜੇ ਹਨ, ਬੱਚੇ ਖੜੇ ਹਨ ਆਦਿਕ, ਉਹਨਾਂ ਤੋਂ ਥੋੜਾ ਦੂਰ ਹੋ ਗਏ, ਇੱਕ ਪਾਸੇ ਵੱਲ ਨੂੰ ਚਲੇ ਗਏ ਸਨ, ਕਿਉਂਕਿ ਜਿਹੜੀ ਜ਼ਰੂਰੀ ਬਾਤ ਮਨ ਵਿੱਚ ਆ ਰਹੀ ਹੈ ਉਹ ਮਹਾਰਾਜ ਜੀ ਕੇ ਸਾਥ ਬਚਨ ਸਾਂਝੇ ਕਰਨੇ ਹਨ, ਇਸ ਲਈ ਇਕਾਂਤ ਵੱਲ ਗਏ ਹਨ। ਸਭ ਹਨ ਕੋ ਕਹਿ ਠਾਡੇ ਰਹਿਆ। ਤੇ ਨਾਲ ਇਹ ਵੀ ਕਹਿ ਦਿੱਤਾ ਜਿਤਨੇ ਉਹਨਾਂ ਦੇ ਸਾਥ ਪੀਰ ਸਨ ਜਾਂ ਉਹਨਾਂ ਦੇ ਮੁਰਸ਼ਿਦ ਸਨ ਜਾਂ ਉਸ ਥਾਂ ਤੇ ਜਿਹੜੇ ਖੇਡਣ ਵਾਲੇ ਹੋਰ ਸੰਗੀ ਸਨ, ਸਭ ਨੂੰ ਇਹ ਕਹਿ ਦਿੱਤਾ ਵੀ ਤੁਸੀਂ ਸਭ ਨੇ ਇੱਥੇ ਹੀ ਖੜੇ ਰਹਿਣਾ। ਸਭ ਇਨ ਕੋ ਕਹਿ ਠਾਂਡੇ ਰਹੀਏ, ਭਾਵ ਤੁਸੀਂ ਇੱਥੇ ਹੀ ਟਿਕੇ ਰਹੋ, ਅਸੀਂ ਨੇ ਕੋਈ ਜ਼ਰੂਰੀ ਬਾਤ ਕਰਨੀ ਹੈ, ਕਰਨ ਉਪਰੰਤ ਫਿਰ ਤੁਹਾਡੇ ਨਾਲ ਵਿਚਾਰ ਕਰਦੇ ਹਾਂ। ਸੋ ਇਸ ਬਿਧ ਪੀਰ ਭੀਖਮ ਸ਼ਾਹ ਜੀ ਹੋਰਾਂ ਨੇ ਉਸ ਸਥਾਨ ਪਰ ਮਹਾਰਾਜ ਜੀ ਕੇ ਸਾਥ ਵਿਚਾਰ ਕੀਤੀ ਹੈ। ਆਵਹਿ ਛਿਪਰ ਹੈ ਆਵੈ ਥਿਰ ਹੈ। ਬਸ ਅਸੀਂ ਕੁਝ ਇਉਂ ਕਹਿ ਲਈਏ ਕੁਝ ਪਲ ਮਹਾਰਾਜ ਜੀ ਕੇ ਸਾਥ ਵਿਚਾਰ ਕਰਨੀ ਹੈ, ਉਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਹੀ ਇਹ ਖੇਡ ਜਿਹੜੀ ਹੈ ਚੱਲਦੀ ਰਹੇਗੀ। ਸਭ ਤੇ ਦੂਰ ਖਰੇ ਤਬ ਹੋਏ। ਫਿਰ ਇਸ ਸਥਾਨ ਤੋਂ ਥੋੜਾ ਦੂਰ ਜਾ ਕਰਕੇ, ਸਾਰਿਆਂ ਤੋਂ ਦੂਰ, ਦੇਖ ਤੇ ਸਭ ਰਹੇ ਨੇ ਲੇਕਿਨ ਦੂਰ ਹੋਣ ਕਰਕੇ ਹੁਣ ਸੁਣੇਗਾ ਕੁਛ ਨਹੀਂ ਵੀ ਕੀ ਵਿਚਾਰ ਚੱਲ ਰਹੀ ਹੈ। ਸੋ ਕੁਝ ਦੂਰੀ ਤੇ ਜਾ ਕਰਕੇ ਪੀਰ ਭੀਖਮ ਸ਼ਾਹ ਜੀ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਕੱਠੇ ਖੜੇ ਹੋ ਗਏ ਹਨ। ਪਟ ਸੋ ਰੱਜ ਚਾਰਤ ਪੱਗ ਦੋਏ। ਪਟ ਸੋ ਰੱਜ ਫਿਰ ਮੌਜ ਵਿੱਚ ਆ ਕਰਕੇ ਨਾ ਮਹਾਰਾਜ ਜੀ ਕੇ ਬਸਤਰ ਵੀ ਝਾੜਦੇ ਹਨ, ਕਿਉਂਕਿ ਖੇਡ ਰਹੇ ਸਨ ਤੇ ਖੇਡਦਿਆਂ ਸਾਨੂੰ ਸਭ ਨੂੰ ਪਤਾ ਹੈ ਕੁਦਰਤੀ ਤੌਰ ਤੇ ਬਸਤਰ ਮਲੀਨ ਹੋ ਜਾਂਦੇ ਨੇ, ਧੂਲ ਮਿੱਟੀ ਜਿਹੜੀ ਆ ਉਹ ਬਸਤਰਾਂ ਤੇ ਪੈ ਜਾਂਦੀ ਹੈ। ਨਾਲ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਸੇਵਾ ਕਰ ਰਹੇ ਨੇ ਪੀਰ ਜੀ, ਤੇ ਨਾਲੇ ਜਿਹੜੀ ਅੰਦਰ ਦੀ ਬਾਤ ਹੈ ਉਹ ਮਹਾਰਾਜ ਜੀ ਕੇ ਸਨਮੁਖ ਪ੍ਰਗਟ ਕਰ ਰਹੇ ਹਨ। ਬੂਝਣ ਲੱਗਿਓ ਸਕਲ ਹੀ ਗਾਥ। ਫਿਰ ਉਸ ਤੋਂ ਅੱਗੇ ਪੁੱਛਦੇ ਨੇ ਜਿਹੜੀ ਮਨ ਦੇ ਅੰਦਰ ਬਾਤ ਹੈ, ਜੋ ਸੰਸਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਕੇ ਸਨਮੁਖੋਂ ਪ੍ਰਗਟ ਕਰਕੇ ਸਾਰੀ ਗਾਥਾ ਵਿਥਿਆ ਜੋ ਹੈ ਮਹਾਰਾਜ ਜੀਆਂ ਤੋਂ ਪੁੱਛ ਰਹੇ ਹਨ। ਦੁਸ਼ਟ ਤੁਰਕਪਤ ਦੀਲੀ ਨਾਥ। ਪੀਰ ਜੀ ਕਹਿਣ ਲੱਗੇ ਵੀ ਇਹ ਵੀ ਸਾਨੂੰ ਵੀ ਪਤਾ ਹੈ ਮਹਾਰਾਜ, ਸਮੇਂ ਦਾ ਜਿਹੜਾ ਹੁਣ ਬਾਦਸ਼ਾਹ ਹੈ ਦੁਸ਼ਟ ਹੈ, ਤੁਰਕਤ ਬਾਦਸ਼ਾਹ ਜਿਹੜਾ ਹੈ ਨਾ, ਔਰੰਗਜ਼ੇਬ ਜਿਹੜਾ ਹੈ, ਦਿੱਲੀ ਨਾਥ, ਦਿੱਲੀ ਦਾ ਜਿਹੜਾ ਹਾਕਮ ਹੈ, ਉਹ ਦੁਸ਼ਟ ਮਨੁੱਖ ਹੈ, ਬਹੁਤ ਇਉਂ ਕਹਿ ਲਈਏ ਮਾੜਾ ਮਨੁੱਖ ਹੈ ਜੀ। ਆਪ ਗਏ ਚਲ ਪਿਤਾ ਤੁਮਾਰੇ। ਤੇ ਜਿਹੜੇ ਆਪ ਜੀ ਕੇ ਪਿਤਾ ਜੀ ਹਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਉਹ ਆਪ ਉਹਨਾਂ ਪਾਸ ਚੱਲ ਕਰਕੇ ਗਏ ਚਲੇ ਹਨ, ਕਿਉਂਕਿ ਮਹਾਰਾਜ ਜੀ ਕੀ ਤੇ ਆਪਣੀ ਬਖਸ਼ਿਸ਼ ਸੀ। ਪੀਰ ਜੀ ਦੇ ਅੰਦਰ ਇਸ ਗੱਲ ਦਾ ਸੰਸਾ ਹੈ ਵੀ ਜੇ ਦੁਸ਼ਟ ਹੈ, ਜੇ ਪਤਾ ਹੈ ਵੀ ਉਹ ਇਤਨਾ ਬੇਵਕੂਫ ਬਾਦਸ਼ਾਹ ਹੈ, ਮਾੜੀ ਬਿਰਤੀ ਦਾ ਮਾਲਕ ਹੈ, ਹੁਜਤ ਕਰਨ ਵਾਲਾ, ਫਿਰ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਕੇ ਪਿਤਾ ਜੀ ਆਪ ਕਿਉਂ ਚੱਲ ਕੇ ਉਹਨਾਂ ਪਾਸ ਗਏ ਹਨ। ਪਰੇ ਜਾਏ ਤਿਸ ਕੈਦ ਮਜਾਰੇ। ਤੇ ਉਸ ਖੋਟੀ ਬਿਰਤੀ ਦੇ ਮਾਲਕ ਨੇ ਉਹਨਾਂ ਨਾਲ ਵੀ ਕੋਈ ਠੀਕ ਸਲੂਕ ਨਹੀਂ ਕੀਤਾ। ਜੋ ਹੁਣ ਸੁਣੀਦਾ ਹੈ, ਜਿੰਨਾ ਕੋ ਪਤਾ ਲੱਗਿਆ ਹੈ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕੈਦ ਵਿੱਚ ਪਾਇਆ ਉਹਨੇ, ਜਿਵੇਂ ਬਾਦਸ਼ਾਹ ਕਰ ਰਿਹਾ ਸੀ ਉਹੀ ਸਮਾਂ। ਸੋ ਉਹ ਬਾਦਸ਼ਾਹ ਨੇ ਆਪਣੀ ਖੋਟੀ ਮੱਤ ਦੇ ਨਾਲ ਆਪ ਜੀ ਕੇ ਪਿਤਾ ਗੁਰਦੇਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕੈਦ ਕਰ ਲਿਆ ਹੈ। ਛੁਟ ਹੈ ਕੀ ਨਹੀਂ ਕਹਾਂ ਗਤ ਹੋਏ। ਹੁਣ ਪੀਰ ਜੀਆਂ ਨੂੰ ਇਸ ਗੱਲ ਦਾ ਇੱਕ ਭੈ ਹੈ ਹਿਰਦੇ ਦੇ ਤਲ ਤੇ, ਜੋ ਮਹਾਰਾਜ ਜੀਆਂ ਤੋਂ ਪੁੱਛਣਾ ਚਾਹੁੰਦੇ ਨੇ। ਇਕਾਂਤ ਵਿੱਚ ਜਿਹੜੀ ਵਾਰਤਾਲਾਪ ਕਰ ਰਹੇ ਨੇ, ਕਹਿਣ ਲੱਗੇ ਗਰੀਬ ਨਿਵਾਸ ਸਤਿਗੁਰੂ, ਸਾਨੂੰ ਸੰਸਾ ਇਹ ਹੈ ਕਿ ਹੁਣ ਉਹ ਛੱਡੇਗਾ ਕਿ ਨਹੀਂ ਛੱਡੇਗਾ। ਤੇ ਕੁਦਰਤੀ ਤੌਰ ਤੇ ਜਿਹੜੇ ਬੰਦਗੀ ਵਾਲੇ ਨੇ, ਚਲੋ ਹੈ ਪੀਰ ਜੀ ਵੀ ਬੜੀ ਕਮਾਈ ਵਾਲੇ ਨੇ, ਲੇਕਿਨ ਸਮੇਂ ਦੇ ਹਾਲਾਤ ਜੋ ਬਾਦਸ਼ਾਹ ਲੋਕ ਕਰ ਰਹੇ ਨੇ ਉਸ ਵਕਤ, ਰਾਜਨੀਤਿਕ ਸਿਸਟਮ ਜਿੱਦਾਂ ਦਾ ਸਮੀਕਰਨ ਬਣ ਰਿਹਾ, ਸੋ ਇਸ ਗੱਲ ਨੂੰ ਲੈ ਕਰਕੇ ਸੰਸਾ ਹੈ। ਮਨੁੱਖਤਾ ਵੀ ਚਾਹੁੰਦੀ ਹੈ, ਬੰਦਗੀ ਵਾਲੇ ਪੀਰ ਫਕੀਰ ਵੀ ਚਾਹੁੰਦੇ ਨੇ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਵਾਲ ਨਹੀਂ ਵਿੰਗਾ ਹੋਣਾ ਚਾਹੀਦਾ, ਇਸੇ ਵਿਧ ਮਹਾਰਾਜ ਵਿਚਰਦੇ ਰਹੇ। ਪਰੰਤੂ ਉਹ ਤੇ ਹੁਣ ਮਹਾਰਾਜ ਜਾਣਦੇ ਨੇ ਨਾ, ਜਿਸ ਕਾਰਜ ਨੂੰ ਲੈ ਕਰਕੇ ਤੁਰੇ ਨੇ ਅਨੰਦਪੁਰ ਸਾਹਿਬ ਤੋਂ, ਉੱਥੇ ਤੇ ਹੁਣ ਸੀਸ ਭੇਟ ਹੋਣਾ ਹੀ ਹੋਣਾ। ਤਾਂ ਹੀ ਜਾ ਕਰਕੇ ਇਸ ਹੁਕਮਰਾਨਾਂ ਦੇ ਹੁਕਮ ਤੇ ਠੱਲ ਪੈਣੀ ਹੈ, ਤਾਂ ਹੀ ਕਿਸੇ ਦਾ ਧਰਮ ਬਚੇਗਾ। ਸੋ ਪੀਰ ਭੀਖਮ ਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪੁੱਛ ਰਹੇ ਨੇ ਵੀ ਉਹ ਛੁੱਟਣਗੇ ਜਾਂ ਨਹੀਂ। ਹੁਣ ਇਸ ਗੱਲ ਦੇ ਵਿੱਚ ਸਾਡੇ ਲਈ ਸੰਸਾ ਹੈ
ਕਿਉਂਕਿ ਬਾਦਸ਼ਾਹ ਜਿਹੜਾ ਜੇ ਹੁਜਤ ਕਰਦਾ ਤੇ ਕਿਤੇ ਐਸਾ ਤਾਂ ਨਾ ਹੋਵੇ ਵੀ ਕੋਈ ਐਸੀ ਵੈਸੀ ਘਟਨਾ ਵਾਪਰ ਜਾਏ। ਚਾਹੋ ਸੋ ਕਰੋ ਬਿਲਮ ਨਹਿ ਕੋਏ। ਕਿਉਂਕਿ ਹੈ ਤੇ ਸਮਰੱਥ ਨੇ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਹੈ ਤੇ ਸਮਰੱਥ ਨੇ, ਚਾਹੁਣ ਤਾਂ ਉਹ ਬਹੁਤ ਕੁਝ ਕਰ ਸਕਦੇ, ਦੇਰੀ ਨਹੀਂ ਲੱਗੇਗੀ। ਜੇ ਆਪਣੀ ਮੌਜ ਵਿੱਚ ਆ ਕੇ ਕੋਈ ਕਲਾ ਵਰਤਾਉਣ ਤੇ ਉਹ ਬਹੁਤ ਕੁਝ ਕਰ ਸਕਦੇ ਹਨ, ਲੇਕਿਨ ਕੀ ਕਰਨਗੇ ਇਹ ਹੁਣ ਸਾਨੂੰ ਪਤਾ ਨਹੀਂ ਹੈ। ਕੀ ਕਿੱਦਾਂ ਸਭ ਕੁਝ ਵਰਤੇਗਾ ਇਹਦੇ ਪ੍ਰਥਾਏ ਸਾਡੇ ਪਾਸ ਕੋਈ ਇਲਮ ਨਹੀਂ ਹੈ ਜੀ। ਇਹ ਰਾਵਰ ਕਿਆ ਖੇਲ ਪਸਾਰਾ। ਇਹ ਮਹਾਰਾਜ ਜੀਆਂ ਨੇ ਆਪਣੀ ਕਿਹੜੀ ਖੇਡ ਬਣਾਈ ਹੈ, ਕੀ ਮੌਜ ਹੈ ਉਹਨਾਂ ਦੀ, ਕਿਵੇਂ ਵਰਤ ਰਹੇ ਹਨ। ਕਿਉਂਕਿ ਇੱਥੇ ਇਹ ਵੀ ਇੱਕ ਵਿਚਾਰਨ ਵਾਲੀ ਬਾਤ ਹੈ, ਭਾਵੇਂ ਕਿ ਅਸੀਂ ਕਹਿੰਦੇ ਹਾਂ ਮਹਾਰਾਜ ਦਿੱਲੀ ਗਏ ਨੇ, ਲੇਕਿਨ ਜਿਸ ਧਰਮ ਦੀ ਰਾਖੀ ਦੇ ਲਈ ਗੁਰੂ ਤੇਗ ਬਹਾਦਰ ਮਹਾਰਾਜ ਸੀਸ ਦੇਣ ਦੇ ਲਈ ਉੱਥੋਂ ਤੱਕ ਪਹੁੰਚੇ ਨੇ, ਉਹ ਵੀ ਦੂਜਾ ਧਰਮ ਹੈ। ਆਪਣੇ ਧਰਮ ਦੇ ਲਈ ਤੇ ਹਰ ਸੂਰਮਾ, ਹਰ ਯੋਧਾ, ਹਰ ਪੀਰ ਪੈਗੰਬਰ ਲੜਦਾ। ਗੁਰੂ ਤੇਗ ਬਹਾਦਰ ਮਹਾਰਾਜ ਜਿਸ ਧਰਮ ਨੂੰ ਬਚਾਉਣ ਦੇ ਲਈ, ਸੀਸ ਦੇਣ ਦੇ ਲਈ ਦਿੱਲੀ ਤੱਕ ਆਪ ਗ੍ਰਿਫਤਾਰ ਹੋ ਗਏ ਨੇ, ਉਹ ਧਰਮ ਵੀ ਹਿੰਦੂ ਧਰਮ ਹੈ, ਸਿੱਖ ਧਰਮ ਨਹੀਂ ਹੈ। ਇਸ ਲਈ ਇਹ ਵੀ ਇੱਕ ਬੜੀ ਵਿਚਿੱਤਰ ਬਾਤ ਹੈ ਵੀ ਕਿਸੇ ਦੂਜੇ ਦੇ ਧਰਮ ਨੂੰ ਬਚਾਉਣ ਦੇ ਲਈ ਆਪ ਗ੍ਰਿਫਤਾਰ ਹੋ ਜਾਣਾ ਤੇ ਆਪ ਸ਼ਹਾਦਤ ਦੇਣ ਤੱਕ ਦੀ ਬਾਤ ਕਰਨੀ। ਇਸ ਕਰਕੇ ਪੀਰ ਜੀ ਸੰਸੇ ਵਿੱਚ ਨੇ ਵੀ ਹੁਣ ਅੱਗੇ ਉਹਨਾਂ ਦੀ ਕੀ ਮੌਜ ਹੈ, ਕੀ ਖੇਡ ਵਰਤਾਉਣੀ ਹੈ। ਇਹ ਰਾਵਰ ਕਿਆ ਖੇਲ ਪਸਾਰਾ, ਇਹ ਕੀ ਖੇਡ ਬਣਾਈ ਹੈ, ਸਾਡੀ ਮੱਤ ਤੋਂ ਵਿਚਾਰ ਤੋਂ ਤੇ ਬਹੁਤ ਅੱਗੇ ਦੀ ਬਾਤ ਹੈ। ਇਸ ਲਈ ਆਪ ਜੀਓ ਕੇ ਪਾਸ ਮਹਾਰਾਜ ਅਰਜ ਕਰ ਰਹੇ ਹਾਂ ਵੀ ਆਪ ਹੀ ਸਮਝਾਓ ਜੀ। ਜਾਨ ਸਖੈ ਨਹਿ ਜਹ ਜਗ ਸਾਰਾ। ਕਿਉਂਕਿ ਮਹਾਰਾਜ ਜੀ ਕੀ ਜਿਹੜੀਆਂ ਵਿਚਿੱਤਰ ਖੇਡਾਂ ਹਨ, ਮਹਾਰਾਜ ਜੀ ਕੇ ਜਿਹੜੇ ਵਿਚਿੱਤਰ ਕੌਤਕ ਹਨ, ਇਹ ਤੇ ਗੁਰੂ ਆਪ ਹੀ ਜਾਣਦੇ ਨੇ। ਜਗਤ ਦੀ ਕੀ ਪਾਇਆ, ਜਗਤ ਦੀ ਕੀ ਸਤਿਆ ਵੀ ਇਹਨਾਂ ਖੇਡਾਂ ਨੂੰ ਜਗਤ ਜਾਣ ਜਾਏ। ਅਜਮਤ ਜੂਤ ਪ੍ਰੇਮੀ ਤਹ ਜਾਣਾ। ਅਜ਼ਮਤ ਜੁਤ ਭਾਵ ਪ੍ਰੇਮੀ ਜਿਹੜੇ ਨੇ ਤਾਂ ਉਹ ਤਾਂ ਇਤਨਾ ਹੀ ਜਾਣਦੇ ਨੇ ਵੀ ਹੈ ਤੇ ਕਲਾਵਾਨ ਪੁਰਖ ਨੇ। ਅਜ਼ਮਤ ਜੁਤ, ਅਜ਼ਮਤ ਜੁਤ ਦਾ ਭਾਵ ਹੈ ਵੀ ਕਰਾਮਾਤੀ ਪੁਰਖ, ਜਿਨ੍ਹਾਂ ਅੰਦਰ ਕਰਾਮਾਤਾਂ ਦੇ ਭੰਡਾਰ ਭਰੇ ਹਨ। ਪ੍ਰਗਟ ਕਰਦੇ ਨੇ ਜਾਂ ਨਹੀਂ ਕਰਦੇ ਇਹ ਤੇ ਇੱਕ ਵੱਖਰੀ ਗੱਲ ਹੈ, ਉਹਨਾਂ ਦੀ ਮੌਜ ਹੈ, ਲੇਕਿਨ ਹੈ ਕਰਾਮਾਤੀ, ਹੈ ਬੜੀਆਂ ਬਖਸ਼ਿਸ਼ਾਂ ਦੇ ਮਾਲਕ ਹਨ। ਮਰਮ ਬਾਤ ਕੋ ਸਕਲ ਬਖਾਨਾ। ਮਰਮ ਬਾਤ ਕੋ ਭਾਵ ਜੋ ਵੀ ਕੁਝ ਹੋਣਾ ਹੈ, ਜਿਸ ਵਿਦ ਹੋਣਾ ਹੈ, ਉਹਦਾ ਜਿਹੜਾ ਮਰਮ ਭਾਵ ਭੇਤ ਜਿਹੜਾ ਹੁੰਦਾ ਹੈ, ਉਹ ਸਭ ਕੁਝ ਉਹਨਾਂ ਨੂੰ ਮਾਲੂਮ ਹੈ। ਉਹ ਸਭ ਕੁਝ ਉਹਨਾਂ ਦੇ ਅੰਤਰਾਤਮੇ ਚਾਨਣ ਹੈ, ਸੋਝੀ ਹੈ, ਗਿਆਨ ਹੈ। ਕਿਉਂਕਿ ਮਹਾਰਾਜ ਆਪ ਤੇ ਤ੍ਰਿਕਾਲਦਰਸ਼ੀ ਹਨ ਤੇ ਅਸੀਂ ਇਹ ਕਹਿ ਸਕਦੇ ਹਾਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਵੀ ਸਾਰਾ ਭੇਤ, ਸਾਰਾ ਮਰਮ ਪਤਾ ਹੈ। ਇੱਧਰ 10ਵੇਂ ਅਵਤਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਵੀ ਸਾਰੀ ਖੇਡ ਦਾ ਪਤਾ ਹੈ, ਅੰਤਰਯਾਮੀ ਹੈ। ਸੋ ਉਹ ਸਭ ਕੁਝ ਮਹਾਰਾਜ ਆਪ ਜੀਓ ਕੋ ਹੀ ਇਲਮ ਹੈ ਜੀ। ਸ੍ਰੀ ਨਾਨਕ ਕੀ ਦਾਤ ਵਿਸਾਲਾ। ਗੁਰੂ ਨਾਨਕ ਸਾਹਿਬ ਜੀਆਂ ਦੇ ਘਰ ਦੀ ਜਿਹੜੀ ਬਖਸ਼ਿਸ਼ ਹੈ, ਜਿਹੜੀ ਦਾਤ ਹੈ ਵਿਸ਼ਾਲਾ, ਉਹ ਬਹੁਤ ਵੱਡੀ ਹੈ। ਉਹਦਾ ਭੇਤ ਪਾਉਣਾ ਕਿਸੇ ਵੀ ਮਨੁੱਖ ਦੇ ਲਈ, ਕਿਸੇ ਪੀਰ ਪੈਗੰਬਰ ਦੇ ਲਈ, ਕਿਸੇ ਕਮਾਈ ਵਾਲੇ ਲਈ ਇਹ ਕੋਈ ਆਮ ਬਾਤ ਨਹੀਂ ਹੈ ਵੀ ਬਹੁਤ ਜਲਦੀ ਸਾਰੀ ਖੇਡ ਸਮਝ ਆ ਜਾਏਗੀ। ਇਹ ਵੱਡੀਆਂ ਬਾਤਾਂ ਹਨ। ਬਾਬਰ ਲੀਨ ਸੁਪੁਰਬ ਕਾਲਾ। ਬਾਬਰ ਲਈ ਭਾਵ ਮਹਾਰਾਜ ਜੀਆਂ ਨੇ ਤਾਂ ਆਉਣ ਵਾਲੇ ਸਮੇਂ ਦੀਆਂ ਭਵਿੱਖਿਅਤ ਬਾਤਾਂ, ਬਾਬਰ ਦੇ ਆਉਣ ਤੋਂ ਵੀ ਪਹਿਲਾਂ ਮਹਾਰਾਜ ਜੀਆਂ ਨੇ ਆਪਣੇ ਮੁਖ ਤੋਂ ਬੜੇ ਸਾਰੇ ਭੇਤ ਆਮ ਲੁਕਾਈ ਦੀ ਝੋਲੀ ਪਾ ਦਿੱਤੇ ਸਨ ਵੀ ਇਹ ਕੁਝ ਹੋਣ ਵਾਲਾ ਹੈ। ਜਿਵੇਂ ਇੱਥੇ ਇੱਕ ਉਦਾਹਰਨ ਦੇ ਤੌਰ ਤੇ ਬਾਤ ਕੀਤੀ ਹੈ ਭਾਈ ਸਾਹਿਬ ਜੀ ਹੋਰਾਂ ਨੇ, ਬਾਣੀ ਵਿੱਚ ਵੀ ਇਹ ਵੱਲ ਹੈ। ਅਜੇ ਬਾਬਰ ਹਿੰਦੁਸਤਾਨ ਦੇਸ਼ ਵਿੱਚ ਚੜ੍ਹ ਕੇ ਨਹੀਂ ਆਇਆ ਸੀ, ਅਜੇ ਉਹ ਸਭ ਕੌਤਕ ਵਰਤਨੇ ਸਨ, ਲੇਕਿਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਐਮਨਾਬਾਦ ਦੀ ਧਰਤੀ ਤੇ ਬਹਿ ਕਰਕੇ ਤੇ ਉਹ ਸਾਰੀਆਂ ਬਾਤਾਂ ਗਾਇਨ ਕਰ ਦਿੱਤੀਆਂ ਸਨ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ 11ਵੇਂ ਲਾਲੋ ਪਾਪ ਕੀ ਜੰਜ ਲੈ ਕਾਬਲੋ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ। ਜਾਂ ਮਹਾਰਾਜ ਜੀਆਂ ਨੇ ਉਹ ਵੀ ਸ਼ਬਦ ਕਹਿ ਦਿੱਤੇ ਸਨ। ਇਹ ਹਿੰਦੁਸਤਾਨ ਨੂੰ ਚੜ੍ਹ ਕੇ ਜਿਹੜਾ ਆ ਰਿਹਾ ਹੈ ਨਾ, ਇਹ ਜਿਹੜਾ ਬਾਬਰ ਚੜ੍ਹ ਕੇ ਆ ਰਿਹਾ ਹੈ, ਇੱਥੇ ਬਹੁਤ ਕਤਲੋਗਾਰਤ ਮਚਾਉਣੀ ਹੈ, ਬਹੁਤ ਕੁਝ ਕਰਨਾ, ਉਹ ਸਭ ਕੁਝ ਭਵਿੱਖਿਅਤ ਬਚਨ ਸਨ ਮਹਾਰਾਜ ਜੀ। ਤੇ ਇੱਕ ਪੱਖ ਤੋਂ ਜੇ ਅਸੀਂ ਇਤਿਹਾਸ ਨੂੰ ਵੇਖੀਏ ਨਾ, ਤੇ ਮਹਾਰਾਜ ਰਾਜਨੀਤੀ ਹਵਾਲੇ ਨੂੰ ਵੀ ਬੜੀ ਚੰਗੀ ਤਰ੍ਹਾਂ ਜਾਣਦੇ ਸਨ। ਕਿਉਂਕਿ ਮਹਾਰਾਜ ਨੇ ਸਭ ਬਾਤ ਬੁੱਝ ਲਈ ਸੀ ਕਿ ਜੋ ਕੁਝ ਬਣ ਰਿਹਾ ਹੈ ਇਹਦਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਲਟ ਇਹ ਵੀ ਆਉਣ ਵਾਲਾ ਹੈ। ਕਿਉਂਕਿ ਟੂਕ ਮਾਤਰ ਮੈਂ ਇੱਥੇ ਬੇਨਤੀ ਕਰਾਂ, ਜਿਸ ਵਕਤ ਸਿਕੰਦਰ ਲੋਧੀ ਮਰਦਾ, ਇਬਰਾਹਿਮ ਲੋਧੀ ਉਸ ਗੱਦੀ ਤੇ ਬਹਿੰਦਾ, ਤੇ ਇਧਰ ਸਿਕੰਦਰ ਲੋਧੀ ਦਾ ਹੀ ਆਪਣਾ ਨਿੱਜੀ ਨਵਾਬ ਦੌਲਤ ਖਾਨ ਸੁਲਤਾਨਪੁਰ ਦਾ ਨਵਾਬ ਜਿਹੜਾ ਹੈ, ਉਹ ਬਾਬਰ ਨੂੰ ਸੁਨੇਹਾ ਘੱਲਦਾ ਵੀ ਤੂੰ ਇੱਥੇ ਆ ਕਰਕੇ ਤੇ ਹੁਣ ਇਬਰਾਹਿਮ ਨਾਲ ਜੰਗ ਕਰ, ਇੱਥੋਂ ਦੀ ਲੁੱਟ ਦਾ ਮਾਲ ਤੂੰ ਲੈ ਜਾ
ਤੇ ਦਿੱਲੀ ਦਾ ਤਖਤ ਮੈਨੂੰ ਦੇ ਜਾ। ਲੇਕਿਨ ਉਹਦੀ ਸੋਚ ਦੇ ਬਿਲਕੁਲ ਉਲਟ ਹੋਇਆ। ਜਦੋਂ ਇੱਥੇ ਲੁੱਟਣ ਆਇਆ ਉਹਨੇ ਆਪਣਾ ਰਾਜ ਬਣਾ ਲਿਆ। ਇੱਥੋਂ ਇਹ ਰਾਜ ਸ਼ੁਰੂ ਹੁੰਦਾ ਸੀ। ਆਉਣ 78 ਜਾਨ 97 ਹੋਣ ਵੀ ਉੱਠ ਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੋ ਮਹਾਰਾਜ ਤੇ ਇਤਨੇ ਅਜ਼ਮਤ ਦੇ ਬਖਸ਼ਿਸ਼ ਦੇ ਮਾਲਕ ਹਨ ਵੀ ਉਹ ਬਾਬਰ ਦੇ ਆਉਣ ਤੋਂ ਪਹਿਲਾਂ ਵੀ ਹਿੰਦੁਸਤਾਨ ਦੇ ਲੋਕਾਂ ਨੂੰ ਇੱਥੋਂ ਦਾ ਸੱਚ ਗਾ ਕੇ ਦੱਸ ਜਾਂਦੇ ਆ। ਸੋ ਮਹਾਰਾਜ ਆਪ ਇਸ ਤਮਾਸ਼ੇ ਨੂੰ ਜਾਣਦੇ ਹੋ। ਜਿਵੇਂ ਗੁਰੂ ਨਾਨਕ ਸਾਹਿਬ ਜੀਆਂ ਨੇ ਗਾਇਆ ਨਾ, ਆਪ ਵੀ ਚਾਹੋ ਤੇ ਸਾਨੂੰ ਬਹੁਤ ਕੁਝ ਦੱਸ ਸਕਦੇ ਹੋ ਵੀ ਇਹ ਕੁਝ ਹੋਣ ਵਾਲਾ ਹੈ। ਆਵ ਇਹ ਗਰਭ ਰਹਿਓ ਮਤ ਮੂੜਾ। ਹੁਣ ਉਸੇ ਤਰ੍ਹਾਂ ਹੀ ਬਾਬਰ ਦੀ ਉਹ ਜਿਹੜੀ ਪੀੜ੍ਹੀ ਹੈ ਅੱਗੇ ਤੋਂ ਅੱਗੇ ਚੱਲਦੀ ਆਉਂਦੀ ਹੈ, ਇਸਲਾਮੀ ਰਾਜ ਚੱਲਦਾ ਰਿਹਾ। ਤੇ ਉਸੇ ਤਖਤ ਤੇ ਹੀ ਹੁਣ ਜਿਹੜਾ ਬਾਦਸ਼ਾਹ ਔਰੰਗਜ਼ੇਬ ਬਣ ਕੇ ਬੈਠਾ ਹੈ ਬਾਦਸ਼ਾਹ, ਇਹ ਵੀ ਬੜਾ ਹੰਕਾਰੀ ਹੈ। ਮਤ ਮੂੜਾ, ਮੂਰਖ ਮਤ ਦਾ ਮਾਲਕ, ਹੰਕਾਰ ਵਿੱਚ ਮੱਤਿਆ ਹੋਇਆ ਹੈ। ਸਰਾ ਚਲਾਵਨ ਹਟ ਹੈ ਅਰੂੜਾ। ਸ਼ਰਾ ਚਲਾਵਨ, ਆਪਣਾ ਹੀ ਧਰਮ ਬਣਾਉਣਾ ਚਾਹੁੰਦਾ ਹੈ ਹਰ ਪਾਸੇ। ਹਰ ਕਿਸੇ ਮਨੁੱਖ ਨੂੰ ਆਪਣੀ ਸ਼ਰਾਂ ਵਿੱਚ, ਆਪਣੇ ਧਰਮ ਵਿੱਚ ਲਿਆਉਣਾ ਚਾਹੁੰਦਾ ਹੈ ਜੀ। ਹਿੰਦੂ ਤੁਰਕ ਦੋ ਨਹੀਂ ਮਾਰੇ। ਹਿੰਦੂ ਵੀ ਮਾਰ ਦਿੱਤੇ ਇਸਨੇ, ਤੁਰਕ ਵੀ ਮਾਰ ਦਿੱਤੇ, ਦੋਨਾਂ ਨੂੰ ਮਾਰਿਆ। ਭਾਵ ਤੁਰਕਾਂ ਨੂੰ ਤੇ ਤਾਂ ਮਾਰਿਆ, ਹੈਗੇ ਭਾਵੇਂ ਉਹ ਇਹਦੀ ਸ਼ਰਾਂ ਵਿੱਚ ਹੀ ਸਨ, ਲੇਕਿਨ ਉਹ ਸੱਚ ਕਹਿ ਦਿੰਦੇ ਸਨ। ਜਿਹੜੇ ਸੱਚ ਕਹਿ ਦਿੰਦੇ ਸਨ ਉਹ ਇਸ ਨੂੰ ਚੁੱਭਦੇ ਸਨ। ਉੱਥੇ ਬਗਾਵਤ ਹੋ ਜਾਂਦੀ ਸੀ ਤੇ ਉਹਨਾਂ ਨੂੰ ਕਤਲ ਕਰਨ ਦੇ ਹੁਕਮ ਦੇ ਦਿੰਦਾ ਸੀ। ਹਿੰਦੂਆਂ ਨੂੰ ਤਾਂ ਮਾਰ ਦਿੱਤਾ, ਕਹਿੰਦਾ ਸੀ ਆਪਣਾ ਧਰਮ ਤਬਦੀਲ ਕਰਕੇ ਤੇ ਇਸਲਾਮ ਧਰਮ ਵਿੱਚ ਆਓ, ਕਲਮਾ ਪੜੋ ਤੇ ਇਸਲਾਮ ਦੀ ਰਹਿਤ ਬਹਿਤ ਨੂੰ ਧਾਰਨ ਕਰੋ। ਜੇ ਕੋਈ ਅੱਗੋਂ ਮੁਨਕਰ ਹੁੰਦਾ ਹੈ, ਧਰਮ ਕਰਨ ਦੇ ਲਈ ਨਾ ਨੁੱਕਰ ਕਰਦਾ ਹੈ ਤੇ ਉਹਦੇ ਕਤਲ ਕਰਵਾ ਦਿੰਦਾ। ਸਵਾ ਮਣ ਜੰਜੂ ਪਿੱਛੇ ਇਤਿਹਾਸ ਵਿੱਚ ਜ਼ਿਕਰ ਆਇਆ। ਇਹਦੇ ਐਲਕਾਰ ਸੂਬੇਦਾਰ ਸ਼ੇਰ ਅਫਗਾਨ ਕਸ਼ਮੀਰ ਦੀ ਧਰਤੀ ਤੇ ਰੋਜ਼ ਪਿਆ ਲਾਉਂਦਾ। ਸੋ ਇਸ ਕਰਕੇ ਇਹ ਬਾਦਸ਼ਾਹ ਇਤਨਾ ਮੂਰਖ ਬਾਦਸ਼ਾਹ ਹੈ ਕਿ ਆਪਣੀ ਪ੍ਰਜਾ ਨੂੰ, ਆਪਣੀ ਲੋਕਾਈ ਨੂੰ ਆਪ ਹੀ ਮਾਰਨ ਤੇ ਤੁਲਿਆ ਹੋਇਆ ਹੈ। ਪਰੰਪਰਾ ਕੋ ਧਰਮ ਵਿਗਾਰੇ। ਭਰਮ ਵਿੱਚ ਪੈ ਕਰਕੇ ਤੇ ਇਸ ਧਰਤੀ ਦੇ ਧਰਮ ਨੂੰ ਵਿਗਾੜ ਰਿਹਾ। ਇਹ ਤੇ ਕਹਿ ਰਿਹਾ ਵੀ ਮੈਂ ਇੱਕ ਹੀ ਧਰਮ ਰਹਿਣ ਦੇਣਾ ਇਸ ਧਰਤੀ ਤੇ, ਲੇਕਿਨ ਇਸ ਧਰਤੀ ਤੇ ਇਨਸਾਨਤਾ, ਮਨੁੱਖਤਾ ਦਾ ਜਿਹੜਾ ਪ੍ਰੇਮ ਦਾ ਜਿਹੜਾ ਧਰਮ ਹੈ, ਸਗਲ ਧਰਮ ਹੈ, ਸ੍ਰਿਸ਼ਟ ਧਰਮ ਜਿਹੜਾ ਹੈ, ਇੱਕ ਸੋਹਣਾ ਇਨਸਾਨ ਇਸ ਧਰਤੀ ਤੇ ਸੁੰਦਰ ਢੰਗ ਨਾਲ ਜੀਵਨ ਜੀਵੇ, ਉਹ ਸਾਰਾ ਧਰਮ ਹੀ ਇਸ ਨੇ ਨਾਸ਼ ਕਰ ਦਿੱਤਾ ਹੈ। ਪਿਤਾ ਹਮਾਰੇ ਦੇ ਕਰ ਸੀਸ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਫਿਰ ਅੱਗੇ ਇਸ ਭਾਈ ਪੀਰ ਭੀਖਮ ਸ਼ਾਹ ਜੀਆਂ ਨੂੰ ਦੱਸਿਆ। ਕਹਿਣ ਲੱਗੇ ਜਿਹੜੇ ਸਾਡੇ ਪਿਤਾ ਜੀ ਹਨ ਹੁਣ ਉਸ ਸਥਾਨ ਤੇ ਬਾਦਸ਼ਾਹ ਦੇ ਇਸ ਟਾਕਰੇ, ਇਸ ਹੁਕਮ ਦਾ ਟਾਕਰਾ ਕਰਦੇ ਹੋਏ ਸੀਸ ਦੇਣਗੇ, ਕਿਉਂਕਿ ਨਿਸ਼ਚੈ ਹੈ ਜੋ ਹਾਲਾਤ ਬਣ ਰਹੇ ਨੇ। ਪਿਤਾ ਹਮਾਰੇ ਦੇਕਰ ਸੀ, ਸਾਡੇ ਪਿਤਾ ਜੀ ਦਿੱਲੀ ਜਾ ਕਰਕੇ ਸੀਸ ਦੇਣਗੇ, ਤਾਂ ਹੀ ਜਾ ਕਰਕੇ ਹੁਣ ਨਿਸਤਾਰਾ ਹੋਣਾ ਹੈ। ਜਰਾ ਉਖਾਰੈ ਖਲ ਅਵਨੀਸ। ਫਿਰ ਇਹ ਜਿਹੜੀਆਂ ਇਸ ਬਾਦਸ਼ਾਹ ਦੀਆਂ ਜਿਹੜੀਆਂ ਰਾਜ ਦੀਆਂ ਜੜ੍ਹਾਂ ਨੇ ਨਾ, ਉਹ ਪਤਾਲ ਚੋਂ ਕੱਢ ਕੇ ਬਾਹਰ ਸੱਟ ਦੇਣਗੇ। ਭਾਵ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਹਾਦਤ ਦਾ ਜਾਮ ਪੀਣਗੇ ਤੇ ਇਸ ਬਾਦਸ਼ਾਹ ਦਾ ਜਿਹੜਾ ਤੇਜ ਹੈ, ਰਾਜ ਹੈ, ਉਹਦਾ ਨਾਸ਼ ਹੋਵੇਗਾ। ਨਵੋ ਪੰਥ ਹਮ ਸਾਜਣ ਕਰੈ। ਉਸ ਤੋਂ ਅੱਗੇ ਫਿਰ ਅਸੀਂ ਪੀਰ ਜੀਆਂ ਨੂੰ ਕਹਿ ਰਹੇ ਸਨ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਫਿਰ ਇਹ ਜਿਹੜਾ ਬਾਦਸ਼ਾਹ ਕਹਿੰਦਾ ਨਾ ਵੀ ਮੈਂ ਇੱਕ ਹੀ ਮਜ਼ਹਬ ਰਹਿਣ ਦੇਣਾ, ਅਸੀਂ ਇੱਥੇ ਨਵਾਂ ਪੰਥ ਸਾਜਣਾ। ਤੀਸਰ ਮਜ਼ਹਬ ਖਾਲਸਾ, ਜਿਹੜਾ ਪ੍ਰਗਟਿਓ ਖਾਲਸਾ, ਪਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ। ਨਵਾਂ ਪੰਥ ਜਿਹੜਾ ਹੈ ਉਹ ਅਸੀਂ ਸਾਜਾਂਗੇ ਜੀ। ਤੇਜ ਰਾਜ ਕੋ ਤਿੰਨ ਮਹੋਤਰੈ। ਫਿਰ ਉਹ ਜਿਹੜਾ ਪੰਥ ਹੈ ਉਹ ਐਸੇ ਜਿਹੜੇ ਹੁਜਤੀ ਬਾਦਸ਼ਾਹ ਹਨ, ਮੂੜ ਬਾਦਸ਼ਾਹ ਹਨ, ਉਹਨਾਂ ਦੇ ਜਿਹੜੇ ਰਾਜ ਹਨ ਜਾਂ ਉਹਨਾਂ ਦਾ ਜਿਹੜਾ ਤੇਜ ਹੈ, ਉਹ ਪੰਥ ਇਤਨੀ ਸਮਰੱਥਾ ਦਾ ਮਾਲਕ ਹੋਵੇਗਾ ਕਿ ਉਹ ਸਭ ਨਸ਼ਟ ਕਰ ਦੇਵੇਗਾ, ਖਿੱਚ ਲਵੇਗਾ, ਖਤਮ ਕਰ ਦੇਵੇਗਾ। ਇਸ ਕਾਰਨ ਤੇ ਸਤਿਗੁਰ ਗਏ। ਇਹੀ ਕਾਰਨ ਹੈ ਆਉਣ ਵਾਲੇ ਭਵਿੱਖਿਅਤ ਸਮੇਂ ਨੂੰ ਜਾਣ ਕਰਕੇ, ਕਿਉਂਕਿ ਮਹਾਰਾਜ ਤ੍ਰਿਕਾਲਦਰਸ਼ੀ ਨੇ ਭਵਿੱਖਿਅਤ ਸਮੇਂ ਨੂੰ ਸਮਝ ਕਰਕੇ ਵੀ ਜੋ ਜੋ ਕੁਝ ਅੱਗੇ ਹੋਣਾ ਹੈ, ਉਹ ਸਾਰੇ ਕੁਝ ਦੀ ਜੜ ਬੰਨਣ ਦੇ ਲਈ, ਆਰੰਭ ਕਰਨ ਦੇ ਲਈ, ਉਹ ਸਾਰੀ ਖੇਡ ਨੂੰ ਮੁੱਢ ਤੋਂ ਸ਼ੁਰੂ ਕਰਨ ਦੇ ਲਈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਆਪ ਦਿੱਲੀ ਗਏ ਚਲੇ ਹਨ। ਇਸੇ ਕਾਰਜ ਕਰਕੇ ਮਹਾਰਾਜ ਆਪ ਉਸ ਸਥਾਨ ਤੇ ਗਏ ਹਨ। ਤਨ ਕੋ ਅੰਤ ਜਾਣ ਨਿਜ ਲਏ। ਮਹਾਰਾਜ ਜੀ ਤੇ ਜਾਣਦੇ ਹਨ ਵੀ ਇਹ ਸਰੀਰ ਤੇ ਆਖਰ ਛੁੱਟਣਾ ਹੀ ਹੈ, ਆਖਰ ਤੇ ਇੱਕ ਦਿਨ ਮਨੁੱਖ ਦੀ ਮੌਤ ਹੋਣੀ ਹੈ। ਲੇਕਿਨ ਉਸ ਤੋਂ ਪਹਿਲਾਂ ਜੇ ਕਿਤੇ ਸ਼ਹਾਦਤ ਹੋ ਜਾਂਦੀ ਹੈ ਤੇ ਧਰਮ ਦੇ ਲੇਖੇ ਸਰੀਰ ਲੱਗਦਾ ਹੈ ਜੀ। ਸੁਨ ਕਰ ਸਾਹੋ ਭਿਖ ਕਰ ਜੋਰੇ। ਜਿਸ ਵਕਤ ਪੀਰ ਭੀਖਮ ਸ਼ਾਹ ਜੀਆਂ ਨੇ ਮਹਾਰਾਜ ਜੀ ਕੇ ਮੁਖ ਤੋਂ ਇਹ ਬਚਨ ਸੁਣੇ
ਸ਼ਰਧਾ ਭਾਵਨਾ ਵਿੱਚ ਮਹਾਰਾਜ ਜੀ ਕੇ ਮੁਖ ਤੋਂ ਅਗੰਮੀ ਸੱਚ ਸੁਣ ਕੇ ਉਹਦੇ ਹੱਥ ਜੁੜ ਗਏ, ਸੀਸ ਝੁਕ ਗਿਆ ਹੈ। ਮੇਰਾ ਵਰ ਕੇ ਚਰਨ ਨਿਹੋਰੇ। ਮਹਾਰਾਜ ਮੈਂ ਤੇ ਆਪ ਜੀਓ ਕੇ ਚਰਨ ਫੜੇ ਹਨ, ਆਪ ਜੀਓ ਤਾਂ ਹੀ ਪਤਾ ਹੈ, ਕਿਉਂਕਿ ਆਪ ਹੀ ਸਰਬ ਕਲਾ ਸਮਰਾਥੋ, ਆਪ ਜੀਆਂ ਤੋਂ ਹੀ ਸਾਨੂੰ ਸਮਝ ਆ ਸਕਦੀ ਹੈ। ਇਸ ਲਈ ਆਪ ਜੀਓ ਕੇ ਪਾਸ ਇਹ ਬੇਨਤੀ ਕੀਤੀ ਹੈ। ਅਚਲ ਰਹਿ ਜਗ ਟੁਕਰਾ ਮੋਰਾ। ਅਚਲ ਰਹਿ ਭਾਵ ਅੱਜ ਜਿਸ ਥਾਂ ਤੇ ਆਪ ਬਖਸ਼ਿਸ਼ ਕਰ ਰਹੇ ਹੋ, ਜਿਸ ਥਾਂ ਤੇ ਅਸੀਂ ਬਹਿ ਕੇ ਬੰਦਗੀ ਕਰਦੇ ਹੋ, ਇਹਨੂੰ ਅਸੀਸ ਬਖਸ਼ ਦਿਓ ਵੀ ਇਹ ਇਦਾਂ ਹੀ ਬਣਿਆ ਰਹੇ। ਜਬ ਹੋਏ ਗੁਰੂ ਪੰਥ ਕੋ ਜੋਰਾ। ਜਿਸ ਵਕਤ ਆਪ ਜੀ ਦਾ ਤੀਜਾ ਸਾਜਿਆ ਹੋਇਆ ਪੰਥ ਜੋਰਾਂ ਤੇ ਹੋਵੇਗਾ, ਭਾਵ ਰਾਜ ਭਾਗ ਚੱਲੇਗਾ, ਖਾਲਸਾ ਰਾਜ ਹੋਵੇਗਾ, ਉਦੋਂ ਕਿਰਪਾ ਕਰਿਓ ਇਹ ਦਾਸ ਦੇ ਜਿਹੜੇ ਟਿਕਾਣੇ ਨੇ ਨਾ, ਉਹਨਾਂ ਤੇ ਇਦਾਂ ਹੀ ਆਪ ਜੀ ਕੀ ਕਿਰਪਾ ਬਣੀ ਰਹੇ। ਤੇ ਉਹ ਪਿੱਛੇ ਆਪਾਂ ਹੁਣੀ ਜ਼ਿਕਰ ਪੜਿਆ, ਖਾਲਸੇ ਰਾਜ ਵੇਲੇ ਵਾਲ ਵੀ ਵਿੰਗਾ ਨਹੀਂ ਹੋਇਆ। ਉਸੇ ਤਰ੍ਹਾਂ ਉਹ ਸਥਾਨ ਜਿਹੜੇ ਆਬਾਦ ਰਹੇ, ਜਿੱਥੇ ਪੀਰ ਜੀਆਂ ਦੇ ਖਾਸ ਸ਼ਾਗਿਰਦ ਰਹਿੰਦੇ ਸਨ, ਇਹ ਸੱਚ ਦਾ ਪ੍ਰਸਾਰ ਕਰਦੇ ਸਨ। ਸੋ ਇਸ ਬਿਦਨਾ ਪੀਰ ਭੀਖਮ ਸ਼ਾਹ ਜੀਆਂ ਨੇ ਮਹਾਰਾਜ ਜੀ ਕੇ ਸਾਥ ਵਾਰਤਾਲਾਪ ਕੀਤੀ, ਗੋਸ਼ਟ ਹੋਈ। ਉਸ ਤੋਂ ਬਾਅਦ ਫਿਰ ਪੀਰ ਭੀਖਮ ਸ਼ਾਹ ਜੀ ਆਪਣੇ ਕਾਰਜਾਂ ਨੂੰ ਲੈ ਕਰਕੇ ਅੱਗੇ ਗਏ ਚਲੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕੁਝ ਦਿਨ ਇਸ ਸਥਾਨ ਤੇ ਗੁਜ਼ਾਰਨ ਤੋਂ ਬਾਅਦ ਆਪਣੇ ਪਵਿੱਤਰ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਜਾ ਕਰਕੇ ਉੱਥੋਂ ਦਾ ਜਿਹੜਾ ਕਰਮ ਧਰਮ ਹੈ ਉਸ ਨੂੰ ਆਪਣੇ ਹੱਥੀਂ ਆਪ ਸਾਰਾ ਕਾਇਮ ਕਰਦੇ ਹਨ। ਇੱਧਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਦਿੱਲੀ ਸ਼ਹਾਦਤ ਹੁੰਦੀ ਹੈ, ਉਹ ਸਾਰਾ ਇਤਿਹਾਸ ਦਾ ਲੰਬੇਰਾ ਹਵਾਲਾ ਹੈ। ਜਿਵੇਂ ਭਾਈ ਸਾਹਿਬ ਜੀ ਹੋਰਾਂ ਨੇ ਆਪਣੀ ਇਸ ਰਚਨਾ ਵਿੱਚ ਲਿਖਿਆ, ਯਤਨ ਕਰਾਂਗੇ ਇਹਨਾਂ ਸਮਿਆਂ ਦੌਰਾਨ ਸਾਰੀ ਵਿਥਿਆ ਬਰੀਕੀ ਨਾਲ ਆਪ ਸੰਗਤਾਂ ਦੇ ਨਾਲ ਇਤਿਹਾਸ ਸਾਂਝਾ ਕਰਨ ਦਾ। ਅੱਜ ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਗੁਰੂ ਇਤਿਹਾਸ ਵਾਚਦੀਆਂ ਹੋਈਆਂ ਬੇਅੰਤ ਭੁੱਲਾਂ ਗੁਰਦੇਵ ਗੁਰੂ ਕੀ ਸੰਗਤ ਬਖਸ਼ ਲੈਣਾ। ਆਓ ਖੀਰਲੀਆਂ ਪੰਕਤੀਆਂ ਪੜ੍ਹ ਕੇ ਇੱਥੇ ਹੀ ਅੱਜ ਸਮਾਪਤੀ ਹੈ ਜੀ। ਹਿਰਦੇ ਕਾਮਨਾ ਰਹਿ ਹਮੇਸ਼, ਔਰ ਬਹੁ ਕਰੁਣਾ ਕਰੋ ਵਿਸ਼ੇਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।